उल्ट जात कुल दो बिसारी, सुन सहज में बुनत हमारी। हमरा झगड़ा रहा न को, पंडित मुल्ला छड़े दो। हमरा झगड़ा रहा न को, पंडित मुल्ला छड़े दो। रहा बुन बुना बुन बुना आप पहरावो, जे नहीं आप तै होए गावो। पंडित मुल्ला जो लिख दिया, छाड़ चले हम कछु न लिया। हृदय इखलास निरखले मीरा, आप खोज खोज मिले कबीरा। हृदय इखलास निरखले मीरा, आप खोज खोज मिले कबीरा। परम सम्मान योग गुरु प्यारी साध संगत जीओ, धन गुरु गोबिंद सिंह सच्चे पातशाह महाराज जी दे लखते जिगर चार साहिबजादे, माता गुजर कौर जी अते अनेकां गुरु के प्यारे सिंह ਸਿੰਘਣੀਆਂ, जिन्हां दी मिठी अते प्यारी याद विच अज दे इह गुरमत समागम जिस विच आप जी हाजरी लवा रहे हो। मेरे तो पहला आप जी ने बहुत प्यार नाल सत्कारयोग भाई साहब होना पासों सतगुर दी पावन बाणी दा कीर्तन बहुत प्यार नाल टिका विच बैठ के सरवण कीता है। आओ अज दा दिन 13 पो 27 तरीक, दोनों छोटे साहिबजादे अज दे दिन शहादत दा जाम पींदे ने। 20 दसंबर 6 पो तो यह काम शुरू हुंदा है। 6 पो दी रात आखिरी सी, 20 दसंबर जदन सारा परिवार इकट्ठा सी। 21 नूं परिवार विछोड़ा पैंदा है, फिर अगे चल सो चल काम शुरू हुंदा है। परिवार दा एक जी घरों जाना होवे ते पता भी होवे कि उन्हें फिर आउणा, फिर भी तोरन वालियां दे अखां विच हंजू हुंदे। भावें धी सहुरे तोरीए, भावें पुत्र विदेश जाए, पोतरियां नूं चढ़ाउण लगियां दादियां नूं एयरपोर्ट ते गश पैण वाली हो जांदी है। 2-2 3-3 दिन घर आण के कुछ खाण नूं दिल बोलो सारे नहीं करता। अजे वो अपने मतलब लई गए ने, अपनी जिंदगी अपने बच्चों नूं सैट करन गए ने। कोई कौम दा भार नहीं है, वो अपने लिए गए ने भी चलो साडे बच्चे सैट होण। सारे इदां ही सोचदे ने, पर ये जिहड़े दिन ने कुछ साल पहला तो लोग इन्हां दिनां खास करके सिख परिवार नाल संबंधित अपने पुत्रां धीआं दे आनंद कारज भी इन्हां दिनां ते नहीं सी करदे। वो महसूस करदे सी
ਕਿੱਦਾਂ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਵਿੱਚ ਆਪਣੇ ਪੋਤਰਿਆਂ ਨੂੰ ਨਿੱਘ ਦਿੱਤਾ ਹੋਏਗਾ, ਕਿੱਦਾਂ ਉਹਨਾਂ ਨੂੰ ਤਸੀਹੇ ਦਿੱਤੇ ਗਏ ਹੋਣਗੇ, ਕਿੱਦਾਂ ਪਰਿਵਾਰ ਵਿਛੋੜਾ ਪਿਆ ਹੋਇਆ ਹੋਏਗਾ। ਵਾਸਤਵ ਵਿੱਚ ਜੰਗ ਹੈ ਕੀ ਸੀ? ਦੁਨੀਆ ਅੰਦਰ ਜੰਗਾਂ ਦੇ ਤਿੰਨ ਕਾਰਨ ਮੇਨ ਮੰਨੇ ਗਏ ਨੇ, ਜਰ, ਜੋਰੂ ਤੇ ਜ਼ਮੀਨ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਤੱਕ ਤੁਹਾਨੂੰ ਇੱਕ ਵੀ ਜੰਗ ਦਾ ਕਾਰਨ ਨਾ ਜਰ, ਨਾ ਜੋਰੂ ਤੇ ਨਾ ਜ਼ਮੀਨ ਮਿਲੇਗਾ। ਸਵਾਲ ਪੈਦਾ ਹੁੰਦਾ, ਜੰਗਾਂ ਦੇ ਕਾਰਨ ਕੀ ਸੀ? ਉਸੇ ਵਿਚਾਰਧਾਰਕ ਟਕਰਾਅ। ਪੰਡਤ ਮੁੱਲਾ ਛਾੜੇ ਦੋ, ਜਿਹੜੇ ਅਜੇ ਤੱਕ ਅਸੀਂ ਛੱਡ, ਉੱਚੀ ਬੋਲੋ, ਨਹੀਂ ਸਹੀ। ਉਦੋਂ ਤੇ ਸ਼ਾਇਦ ਅੱਖ ਵਿੱਚ ਪਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਹੀਂ ਆਇਆ ਹੋਏਗਾ, ਜਦੋਂ ਲਾਸ਼ਾਂ ਦੇ ਲਾਗੋਂ ਦੀ ਲੰਘੇ ਹੋਣਗੇ। ਉਹਨਾਂ ਦੇ ਆਪਣੇ ਬੱਚਿਆਂ ਦੇ ਕਰਕੇ ਸ਼ਾਇਦ ਅੱਖ ਵਿੱਚ ਅਥਰੂ ਨਾ ਆਇਆ ਹੋਵੇਗਾ। ਪਰ ਜਿਨ੍ਹਾਂ ਨੂੰ ਨਾਦੀ ਪੁੱਤਰ ਕਹਿੰਦੇ ਨੇ, ਨਾਦ ਦਾ ਅਰਥ ਹੁੰਦਾ ਸ਼ਬਦ, ਗੁਰਮੁਖ ਨਾਦਨ, ਗੁਰਮੁਖ ਵੇਦਨ। ਬਿੰਦੀ ਪੁੱਤਰ ਹੁੰਦਾ ਜਿਹੜਾ ਬਿੰਦ ਤੋਂ ਪੈਦਾ ਹੋਇਆ ਹੋਇਆ। ਅਸੀਂ ਨਾਦੀ ਪੁੱਤਰ। ਦੁਨੀਆ ਦੇ ਇਤਿਹਾਸ ਅੰਦਰ ਬਿੰਦੀ ਪੁੱਤਰਾਂ ਤੋਂ ਲੋਕ ਜਾਇਦਾਦਾਂ ਵਾਰਦੇ ਆਏ। ਭਰਾਵਾਂ ਨਾਲ ਠੱਗੀਆਂ, ਤਾਏ ਚਾਚੇ ਨਾਲ ਠੱਗੀਆਂ, ਬਿਜ਼ਨਸ ਪਾਰਟਨਰ ਨਾਲ ਠੱਗੀਆਂ ਕਰਦੇ ਵੀ ਮੇਰਾ ਬੱਚਾ ਰੋਟੀ ਖਾਵੇ ਵਧੀਆ, ਮੇਰਾ ਬੱਚਾ ਪਲ ਜਾਏ। ਜੇ ਮੈਂ ਸਾਂਝੇ ਟੱਬਰ ਚ ਰਿਹਾ ਤੇ ਮੇਰੇ ਬੱਚੇ ਨੂੰ ਖੁਰਾਕ ਨਹੀਂ ਮਿਲਣੀ, ਮੇਰੇ ਬੱਚੇ ਦੀ ਐਜੂਕੇਸ਼ਨ ਤੇ ਪੈਸਾ ਘੱਟ ਜੂ, ਇਹਦੇ ਨੂੰ ਅੱਡ ਹੋ ਜਾਓ। ਮਾਰ ਕੇ ਛਾੜ, ਤੁਰਦੀ ਬੱਸ ਚ ਉਤਰ ਜਾਣਾ। ਵੀ ਆਪੇ ਰੁਲਦੇ ਫਿਰਨ ਛੋਟੇ ਭਰਾ ਦੇ ਬੱਚੇ, ਵੱਡੇ ਭਰਾ ਦੇ। ਉਹ ਕੋਈ ਮਰਦ ਸੂਰਮਾ ਵੱਖਰਾ ਹੁੰਦਾ ਜਿਹੜਾ ਆਪਣੇ ਬੱਚਿਆਂ ਤੋਂ ਉੱਪਰ ਉੱਠ ਕੇ ਤਾਏ ਚਾਚੇ ਤੇ ਸਕਿਆਂ ਭਰਾਵਾਂ ਦੇ ਬੱਚਿਆਂ ਬਾਰੇ ਸੋਚੇ। ਬਿੰਦੀ ਪੁੱਤਰਾਂ ਦੇ ਉੱਤੋਂ ਲੋਕ ਜਾਇਦਾਦਾਂ ਵਾਰਦੇ ਸੁਣੇ ਹੋਣਗੇ, ਪਰ ਮੂੰਹ ਚ ਉਂਗਲਾਂ ਪਾ ਲਈਆਂ ਇਤਿਹਾਸਕਾਰਾਂ ਨੇ। ਇੱਥੇ ਮੂੰਹ ਬੋਲੇ ਪੁੱਤਰਾਂ ਤੋਂ ਆਪਣੇ ਬਿੰਦੀ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਰ ਕੇ ਵਿਖਾਏ। ਉਹ ਸਿਰ ਅੱਜ ਆਪਣੇ ਗੁਰੂ ਨੂੰ ਛੱਡ ਕੇ ਜਦੋਂ ਦੂਜੇ ਦੇ ਥਾਂ ਤੇ ਜਾ ਕੇ ਝੁਕਦਾ ਹੈ ਨਾ, ਉਦੋਂ ਕਲੇਜਾ ਪਾੜਦਾ ਹੋਏਗਾ। ਉਦੋਂ ਸਾਹਿਬਜ਼ਾਦੇ ਕਹਿੰਦੇ ਹੋਣਗੇ, ਇੰਨਾ ਕਰਕੇ ਸਾਡਾ ਸੰਸਕਾਰ ਨਹੀਂ ਸੀ ਕੀਤਾ, ਇੰਨਾ ਕਰਕੇ ਸਾਡੀਆਂ ਲਾਸ਼ਾਂ ਦੇ ਲਾਗੋਂ ਵੀ ਲੰਘ ਗਏ ਸੀ। ਕਾਹਦੀ ਕਾਲ ਪਈ ਸੀ ਸਾਡੇ ਸੰਸਕਾਰ ਦੇ ਉੱਤੇ 2 ਗਜ ਕੱਪੜਾ ਤੇ ਪਾ ਜਾਂਦੇ। ਸ਼ਾਇਦ ਸਾਡੇ ਵਰਗੇ ਨਲਾਇਕਾਂ ਨੂੰ ਵੇਖ ਕੇ ਅੱਜ ਸਾਹਿਬਜ਼ਾਦੇ ਵੀ ਗੁਰੂ ਨੂੰ ਇਹ ਸ਼ਬਦ ਬੋਲਦੇ ਹੋਣ, ਜਿਨ੍ਹਾਂ ਨੇ ਆਪਣਾ ਗੁਰੂ ਦਾ ਦਰ ਛੱਡ ਕੇ ਪਤਾ ਨਹੀਂ ਕਿਹੜੇ ਕਿਹੜੇ ਥਾਵਾਂ ਤੇ ਜਾ ਕੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਆਓ ਹੱਥ ਜੋੜ ਕੇ ਬੇਨਤੀ ਹੈ, ਬੜੀ ਇਕਾਗਰਤਾ ਦੇ ਨਾਲ ਆਪਾਂ ਇਤਿਹਾਸਕ ਪੱਖ ਬਾਣੀ ਦੀਆਂ ਵਿਚਾਰਾਂ ਨਾਲ ਸਾਂਝ ਪਾਉਣੀ ਹੈ। ਬੜੇ ਅਦਬ ਨਾਲ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਵਜੋਂ ਦੇ ਕੇ ਸੁਣਿਓ, ਸਾਡੀ ਸਿੱਖ ਕੌਮ 'ਚ ਜਿਹੜੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਸੀ, ਉਹ ਸੀ ਪੜਨ ਦੀ ਘਾਟ। ਤੁਸੀਂ ਵੇਖਿਓ, ਆਪਾਂ ਪਰਿਵਾਰਾਂ ਵਾਲੇ ਬੈਠੇ ਤੇ ਆਪੋ ਆਪਣੇ ਪਰਿਵਾਰਾਂ ਵੱਲ ਝਾਤ ਮਾਰੋ। ਸਿੱਖ ਧਰਮ ਨਾਲ ਸੰਬੰਧਿਤ ਕਿੰਨਿਆਂ ਦੇ ਘਰ 'ਚ ਕਿੰਨੀਆਂ ਕਿਤਾਬਾਂ ਪਈਆਂ? ਸਿੱਖ ਧਰਮ ਨਾਲ ਸੰਬੰਧਿਤ ਕਿੰਨਿਆਂ ਦੇ ਘਰ ਵਿੱਚ? ਸਾਰੇ ਬੋਲੋ, ਕਿੰਨੀਆਂ ਕਿਤਾਬਾਂ ਪਈਆਂ? ਤੁਸੀਂ ਬੱਸ ਵਿੱਚ ਸਫ਼ਰ ਕਰਦੇ ਹੋ, ਟ੍ਰੇਨ 'ਚ ਸਫ਼ਰ ਕਰਦੇ ਹੋ, ਪਲੇਨ 'ਚ ਸਫ਼ਰ ਕਰਦੇ ਹੋ, ਤੁਸੀਂ ਕਿੰਨਿਆਂ ਪੰਜਾਬੀਆਂ ਦੇ ਹੱਥਾਂ ਵਿੱਚ ਕਿਤਾਬਾਂ ਫੜੀਆਂ ਵੇਖੀਆਂ ਨੇ, ਕਦੀ ਪੜ੍ਹਦੇ ਹੋਏ ਵੇਖਿਓ? ਐਵਰੇਜ ਕਰੋ, ਕਿਉਂਕਿ ਸਾਨੂੰ ਪੜ੍ਹਨ ਦਾ ਸ਼ੌਂਕ, ਬੋਲੋ ਜੀ, ਨਹੀਂ ਹੈ। ਹਿਸਟਰੀ ਸਾਡੀ ਏਡੀ, ਇਤਿਹਾਸ ਸਾਡਾ ਏਡਾ ਬਾਕਮਾਲ, ਪੜੂ ਕੌਣ? ਜੇ ਅਸੀਂ ਨਹੀਂ ਪੜਾਂਗੇ ਤੇ ਸਾਨੂੰ ਦੱਸੇਗਾ ਕੌਣ? ਦੂਜਿਆਂ ਤੋਂ ਉਮੀਦਾਂ ਲਾਓਗੇ। ਮਾਫ ਕਰਨਾ, ਮੈਂ ਪਹਿਲਾਂ ਮਾਫੀ ਮੰਗ ਲਵਾਂ। ਲੜੀਵਾਰ 4 ਸਾਹਿਬਜ਼ਾਦਿਆਂ ਬਾਰੇ ਸਿੱਖ ਨੂੰ ਪੁੱਛ ਲਓ,
कि इन्हां विचों वड्डे कित्थे शहीद होए, छोटे कित्थे शहीद होए। चमकौर साहब दी गढ़ी च किन्ने सिख से गुरु साहब जी दे नाल, किन्ने महीने घेरा पिया रहा। ये कोई बहुत वड्डियां गल्लां नहीं। छोटियां छोटियां किताबां अपने घरां विच रख के ये ज्ञान इकट्ठा किया जा सकता है ते अपने परिवारां विच बैठ के अपने पुत्रां धीआं नाल साझा। हुण जे तुसीं कहोगे इहदे लई टाइम है नहीं, सीरियल वेखण दा टाइम है, ताशां खेडण दा टाइम है, विआहां शादियां ते आपस विच गल्लां करन दा, बोलो सारे, टाइम है। किसी दे घर चले जाओ ते बंदे नूं चेते भुल जांदा, मैं ते 20 मिनटां लई आया सी, मैनूं ते 2 घंटे हो गए। रस्ते च खलोता बंदा कई वारी आधा घंटा गल्लां कर जांदा। वक्त बहुत है, पर असीं उस वक्त दा लाभ उठाउण दी कोशिश नहीं कीती। साध संगत गल हुण ध्यान नाल सुणियो। गुरु अर्जन साहिब महाराज, मैं गल थोड़ी जी पिछों शुरू करांगा ताकि गल सौखियां समझ पै जाए। गुरु गोबिंद सिंह सच्चे पातशाह महाराज जी नूं पहाड़ी राजियां तो कोई भी प्रॉब्लम नहीं, कोई प्रॉब्लम नहीं। वो तो प्रसादी हाथी भेंट कर रहे हैं, वो तो कीमती सौगातां गुरु गोबिंद सिंह महाराज जी लैके आ रहे हैं। पहाड़ी राजियां नाल गुरु साहब दा कोई टकराव नहीं है। वो जंग साडे लिए लड़ रहे हैं, वो तो प्रसादी हाथी लैके आ रहे हैं, कीमती सौगातां गुरु साहब लिए लैके आ रहे हैं। वो तो हैगे राजे ने, पर गुरु नूं इनवाइट सदा पत्र भेजदे ने अपने बच्चों के विआहां ते। गुरु नाल उन्हां दी बड़ी सांझ है, पर उन्हां नूं किहड़ी गल गुरु दी चंगी नहीं लगी जदों पंगत विच बैठ के हर वर्ग दा बंदा प्रसादा छकदा है। उन्हां नूं इह गल बर्दाश्त, उच्ची बोलो, हुण इह गल्लां जोड़ी जाओ। अजोके समय च पंगत च बैठ के प्रसादा छकना किहनूं पसंद नहीं? ये तुसी जोड़ी जाओ ना गल्लां, जोड़ घटाओ तुसी करी जाओ। इक्के बाटे विचों खंडे दी पौ लेना पसंद नहीं उन्हां नूं। ये आम वर्ग के बंदे सिर उच्चा चुक के जिंदगी जूण वाले पसंद नहीं। वो कहंदे तुसी जिद्दां असीं निर्धारित करांगे वो चीज़ां तुसी रखोगे। गुलाम बंदा अपने सिर ते कपड़ा नहीं रख सकदा, गुलाम बंदा शस्त्र नहीं रख सकदा, गुलाम बंदा घोड़सवारी नहीं कर सकदा। गुरु साहब ने 1680 विच रणजीत नगारा स्थापित किया। अपने सिखां नूं घोड़सवारी तां गुरु अर्जन साहिब महाराज जी तो वेले तो शुरू हो गई सी। भाई गुरदास जी घोड़ियां दा व्यापार करदे सी। ये गल उन्हां नूं बर्दाश्त नहीं हुई, पसंद नहीं आई। गुरु साहब मानसिक तौर ते सानूं गुलामी दे जूड़े थल्लेों बाहर कढना चाहुंदे ने। आ जिहड़ी अज किसानी अंदोलन चल रहा है, तुहानूं की लगदा कली 3 काले कानूनां दी जंग है? बस इन्नी है गल होंद दी है। अगलियां ने RSS वालियां ने मोदी दे राही जिहड़ा जाल बुनिया सी टुटदा नजर आ रहा। अगलियां इस अंदोलन ने उन्हां दी उम्मीदां ते पानी फेरिया ते जिन्ना RSS ने 50 साल ला के काम कीता सी, शायद उन्होंने 50 साल ये अंदोलन ढक के पिछां लै गया, जिहड़ा अक्ष उन्होंने सिखां दा विगाड़ के दुनिया सामने पेश किया सी। अमित शाह, मोदी, ये तां पतंगा ने, डोर किसी होर हाथ है। थोड़ा जा बरीक सुरत विवेक बुद्धि नाल सुर ते जोर पाओगे, पिक्चर साफ हो जाएगी। ये पंजाब ही खड़ा क्यों होया? जे MSP की गल करिए दूजियां स्टेटां विच तां पहलां अगलियां ने खत्म कर दी सी। बिहार ना खड़ा हो सकिया, MP UP की गल करिए उन्हें खड़ा, जो पंजाब नूं अगलियां ने हथ पाया। क्यों? क्योंकि पंजाब दे नौजवान की सुरत विच किते ना किते गुरु गोबिंद सिंह महाराज जी की विचारधारा का खून काम करता है, वो सिखिया काम करता है। बंदा सिंह बहादुर की तस्वीर, वो पिक्चर जिन्हें कभी जमीना के मालिक बनाया सी, वो काम करता है। जेड़ी जंग पहाड़ी राजे कहंदे सी कि असीं किसे नूं साडे सामने कोई सिर चुक के तुरे ना, क्योंकि असीं राजे उन्हां नूं रणजीत नगारा, एक ध्यान नाल सुणियो गल, जदों रणजीत नगारा स्थापित कीता ते
ਤੇ ਭੀਮ ਚੰਦ ਰਾਜੇ ਨੇ ਆਪਣੇ ਪ੍ਰੋਤ ਪ੍ਰੇਮੇ ਨੂੰ ਪੁੱਛਿਆ, ਇਹ ਕਿਹਦਾ ਨਗਾਰਾ ਹੈ ਜਿਹਦੇ ਨਗਾਰੇ ਦੀਆਂ ਗੂੰਜਾਂ ਸਾਡੇ ਨਗਾਰੇ ਨੂੰ ਮੱਧਮ ਪਾ ਰਹੀਆਂ ਨੇ। ਤੇ ਪ੍ਰੇਮਾ ਪੋਤ ਖਾਂਦਾ ਭੀਮ ਚੰਦ ਦਾ ਸੀ। ਪਤਾ ਉਹਨੇ ਕੀ ਆਖਿਆ? ਕਹਿੰਦਾ ਇਹ ਉਸ ਦਾਦੇ ਦੇ ਪੋਤਰੇ ਦੀਆਂ ਨਗਾਰੇ ਦੀਆਂ ਗੂੰਜਾਂ ਨੇ ਜਿਹਦੇ ਦਾਦੇ ਨੇ ਤੁਹਾਡੇ ਦਾਦੇ ਤਾਰਾ ਚੰਦ ਨੂੰ ਗਵਾਲੀਅਰ ਦੀ ਜੇਲ੍ਹ ਚੋਂ ਰਿਹਾ ਕਰਦਾ ਸੀ। ਪ੍ਰੇਮਾ ਪੋਤ ਕੀ ਕਹਿੰਦਾ? ਕਹਿੰਦਾ ਇਹ ਉਸ ਦਾਦੇ ਦੇ ਪੋਤਰੇ ਦੀਆਂ, ਦਾਦਾ ਗੁਰੂ ਹਰਗੋਬਿੰਦ ਪਾਤਸ਼ਾਹ, ਪੋਤਰਾ ਗੁਰੂ ਗੋਬਿੰਦ ਸਿੰਘ, ਕਹਿੰਦਾ ਉਸ ਦਾਦੇ ਦੇ ਪੋਤਰੇ ਦੇ ਨਗਾਰੇ ਦੀਆਂ ਗੂੰਜਾਂ ਨੇ ਜਿਸ ਦੇ ਦਾਦਾ ਜੀ ਨੇ ਤੁਹਾਡੇ ਦਾਦਾ ਤਾਰਾ ਚੰਦ ਨੂੰ ਗਵਾਲੀਅਰ ਦੀ ਜੇਲ੍ਹ ਚੋਂ, ਬੋਲੋ ਜੀ, ਹੋਇਆ ਨਾ ਲੀਡਰਾਂ ਨਾਲੋਂ ਚੰਗਾ ਫੇਰ ਵੀ। ਪ੍ਰੇਮਾ ਪ੍ਰੋਤ ਅਜੋਕੇ ਲੀਡਰਾਂ ਨਾਲੋਂ, ਬੋਲੋ, ਖਾਲੀ ਥਾਂ ਭਰ ਦੋ। ਤੁਹਾਡੇ ਵੱਲ ਕੈਮਰਾ ਨਹੀਂ ਹੈ, ਤੁਹਾਡੀ ਕਿਸੇ ਦੀ ਫੋਟੋ ਨਹੀਂ ਆਉਣੀ, ਤੁਹਾਨੂੰ ਕਿਸੇ ਚੇਅਰਮੈਨ ਐਮਐਲਏ ਐਮਪੀ ਨੇ ਨਹੀਂ ਕਹਿਣਾ ਵੀ ਤੂੰ ਕੋ ਸਿਰ ਮਾਰਦਾ ਸੀ ਉੱਥੇ ਬੈਠਾ। ਸ਼ਰਮ ਆਉਂਦੀ ਹੈ ਨਾ ਬਾਅਦ ਸਾਨੂੰ। ਕਾਸ਼ ਕਿਤੇ ਅਸੀਂ ਲੀਡਰ ਚੰਗੇ ਚੁਣੇ ਹੁੰਦੇ, ਸਾਡਿਆਂ ਬਜ਼ੁਰਗਾਂ ਨੂੰ ਠੰਡੀਆਂ ਸੜਕਾਂ ਤੇ ਰਾਤਾਂ ਗੁਜ਼ਾਰਨੀਆਂ ਨਾ ਪੈਂਦੀਆਂ। ਉਹ ਲੀਡਰ ਜਦੋਂ ਇਹ ਕਾਲੇ ਕਾਨੂੰਨ ਬਣਨੇ ਸੀ, ਜਿਹੜੇ ਅੰਦਰ ਸਿਗਨੇਚਰ ਕਰ ਆਏ, 4 ਦਿਨ ਪਹਿਲਾਂ ਇਹਨਾਂ ਬਿੱਲਾਂ ਦੇ ਬੈਨੀਫਿਟ ਦੱਸ ਰਿਹਾ ਸੀ ਲੋਕਾਂ ਨੂੰ। ਜਦੋਂ ਵੇਖਿਆ ਕਿ ਕਿਸਾਨ ਮਜ਼ਦੂਰ ਦਾ ਖੂਨ ਖੌਲ ਰਿਹਾ ਹੈ, ਮਾਰ ਕੇ ਛਾਲ ਉਸ ਬੱਸ ਚੋਂ ਦੂਜੀ ਬੱਸ 'ਚ ਬਹਿ ਗਏ ਤੇ ਨਾਲ ਹੀ ਕਹਿਣ ਲੱਗ ਪਏ, ਆ ਚੁੱਕੋ ਅਸਤੀਫਾ ਸੀ ਤੇ ਕਿਸਾਨਾਂ ਨਾਲ, ਹੁਣ ਸਾਨੂੰ ਤੁਹਾਡੇ ਕਾਲੇ ਕਾਨੂੰਨ, ਉੱਚੀ ਬੋਲੋ, ਨਹੀਂ ਚਾਹੀਦੇ। ਏਦਾਂ ਗੱਠ ਜੋੜ ਬੀਜੇਪੀ, ਅਗਲੀ ਕਿਹੜੀ ਸਰਕਾਰ? ਹਾਂ, ਮੈਂ ਕਿਹਾ ਸ਼ਾਇਦ ਡਰ ਆਉਂਦਾ ਹੋਵੇ ਬੋਲਣ ਲੱਗਿਆ ਏਦਾਂ। ਮੈਂ ਨਹੀਂ ਵੀ ਕੋਈ, ਮੈਂ ਕਾਂਗਰਸ ਦੀ ਕਹਾਂ, ਸਾਰੇ ਕੁੱਕੜ ਰੰਗ ਬਰੰਗੇ ਬਾਂਗ ਇੱਕੋ ਜੀ, ਅਜੇ ਤੱਕ ਤੇ ਸਭ ਇੱਕੋ ਜਿਹਾ ਕੰਮ ਚੱਲਦਾ ਪਿਆ। ਗੱਠ ਜੋੜ ਜਿਵੇਂ ਮਸ਼ਹੂਰੀ ਨਹੀਂ ਆਉਂਦੀ, ਫੈਵੀਕੋਲ ਦਾ ਜੋੜ ਹਾਥੀ ਜਿਹਾ ਪਾ ਕੇ ਖਿੱਚ ਦਿਓ, ਉਹ ਬੋਲੋ ਪਿਆਰਿਓ, ਟੁੱਟਦਾ ਨਹੀਂ, ਉਹਦੇ ਇਦਾਂ ਜੋੜ ਹੈ, ਇਦਾਂ ਟੁੱਟ ਗਿਆ। ਪਰ ਟੁੱਟਾ ਟੱਟਾ ਕੋਈ ਨਹੀਂ, ਅਜੇ ਵੀ ਉਦਾਂ ਹੀ ਪਤਾ ਉਹਨਾਂ ਨੂੰ ਵੀ ਹੈਗਾ, ਗੇਮ ਖੇਡ ਰਹੇ ਨੇ ਲੀਡਰ, ਮਗਰ ਮਗਰ ਨੂੰ ਤੁਰੇ ਫਿਰਦੇ। ਨੌਜਵਾਨਾਂ ਦਾ ਜੋਸ਼, ਉਹ 27 ਤਰੀਕ ਦਾ ਰੂਪ ਵੇਖੋ, ਕਿਉਂਕਿ ਅਸੀਂ ਤੇ ਨਾਲ ਸੀ ਨਾ ਉਦੋਂ। ਉਹ ਜੋਸ਼, ਉਹ ਜਕਾਰੇ, ਉਹ ਨਾਰੇ, ਏਦਾਂ ਹੋਇਆ ਵੀ ਇੱਥੋਂ ਪੰਜਾਬ ਤੋਂ ਜੋਸ਼ ਸਾਰੇ ਬੈਰੀਕੇਡ ਪਾਰ ਕਰਾ ਕੇ ਲੈ ਗਿਆ। ਜਦੋਂ ਕੁੰਡਲੀ ਬਾਰਡਰ ਤੇ ਪਹੁੰਚਿਆ, ਜੋਸ਼ ਨੇ ਆਖਿਆ, ਲਓ ਹੁਣ ਹੋਸ਼ ਅੱਗੇ ਜਾ ਕੇ ਕੇਂਦਰ ਸਾਹਮਣੇ ਆਪਣੇ ਪੱਖ ਰੱਖੇ। ਜੋਸ਼ ਕੰਟਰੋਲ 'ਚ। ਮੈਂ ਅੱਜ ਦਿਨੇ ਵੀ ਇੱਕ ਬੇਨਤੀ ਕੀਤੀ ਸੀ, ਤੁਸੀਂ ਵਿਆਹ ਕਰੋ ਆਪਣੇ ਘਰ, 150 ਰਿਸ਼ਤੇਦਾਰ ਇਕੱਠਾ ਹੋਵੇ, ਇੱਕ ਵਿਆਹ ਵਿੱਚ ਵੀ 2-4 ਰਿਸ਼ਤੇਦਾਰ ਲੜ ਪੈਂਦੇ ਨੇ। ਅੱਜ ਮਹੀਨਾ ਹੋ ਚੱਲਿਆ, ਮਹੀਨੇ ਤੋਂ ਉੱਪਰ ਹੋ ਗਿਆ, ਉਸ ਮੋਰਚੇ 'ਚ ਕੋਈ ਇੱਕ ਦੂਜੇ ਨਾਲ ਲੜਿਆ ਨਹੀਂ। ਅਸੀਂ ਰਸਤੇ 'ਚ ਆ ਰਹੇ ਸੀ ਨਾ, ਇੱਕ ਬਜ਼ੁਰਗ ਦੇ ਸਿਰ ਤੇ ਤੇਲ ਮਾਰ ਰਿਹਾ ਇੱਕ ਨੌਜਵਾਨ, ਤੇ ਮੈਂ ਫੋਟੋ ਸੇਵ ਕਰਕੇ ਆਪਣੇ ਕੋਲ ਰੱਖੀ। ਮੈਂ ਕਿਹਾ ਵੇਖੋ, ਇਹ ਕਿੱਡੀ ਖਿੱਚ ਪਾਉਣ ਵਾਲੀ ਤਸਵੀਰ ਹੈ। ਕਦੀ ਇਹੋ ਤੇਲਾਂ ਦੀਆਂ ਮਾਲਸ਼ਾਂ ਸਾਧਾਂ ਦੇ ਸਿਰ ਤੇ ਹੁੰਦੀਆਂ ਸੀ, ਅੱਜ ਕਿਰਤੀ ਦੇ ਸਿਰ ਦੇ ਉੱਤੇ ਤੇਲ ਲਾ ਗਿਆ। ਇਹ ਅੰਦੋਲਨ ਬੜਾ ਕੁਝ ਲੈ ਕੇ ਆਏਗਾ ਸਾਹਮਣੇ। ਇਹ ਲੜਾਈ ਇਕੱਲੇ ਕਿਸਾਨ ਤੇ ਮਜ਼ਦੂਰ ਦੀ ਨਹੀਂ ਹੈ, ਇਹ ਜੰਗ ਦੁਕਾਨਦਾਰ ਦੀ ਵੀ ਹੈ। ਉੱਥੇ ਮੈਂ ਇੱਕ ਸ਼ੌਪ ਤੇ ਅਸੀਂ ਗਏ, ਹਿੰਦੂ ਵੀਰ ਦੀ ਦੁਕਾਨ ਸੀ, ਤੇ ਮੈਂ ਉਹਨੂੰ ਸਹਿ ਸੁਭਾਏ ਆਖਿਆ, ਮੈਂ ਕਿਹਾ ਤੁਹਾਨੂੰ ਕੀ ਲੱਗਦਾ ਸਿੱਖ ਪੱਗਾਂ ਵਾਲੇ ਕੰਬਲੇ ਨੇ ਆਣ ਕੇ ਠੰਡੀਆਂ ਰਾਤਾਂ ਤੇ ਇੱਥੇ ਟਰਾਲੀਆਂ 'ਚ ਬੈਠੇ ਨੇ? ਮੈਂ ਕਿਹਾ ਆਪਣੇ ਲਈ ਜੰਗ ਨਹੀਂ ਲੜ ਰਹੇ, ਜੇ ਜ਼ਮੀਨਾਂ ਇਹਨਾਂ ਦੀਆਂ ਨਾ ਰਹੀਆਂ ਤੇ ਰਹਿਣੀਆਂ ਤੁਹਾਡੀਆਂ ਦੁਕਾਨਾਂ ਵੀ ਨਹੀਂ। ਇੱਥੇ ਵੱਡੇ ਵੱਡੇ ਮਾਲ ਖੋਲ ਦੇਣੇ ਨੇ, ਨਿੱਕੀਆਂ ਦੁਕਾਨਾਂ ਤੋਂ ਸਮਾਨ ਕਿਸੇ ਨੇ ਅਗਲੇ ਖੁੱਲਣ ਹੀ ਨਹੀਂ ਦੇਣੀ। ਅਗਲਾ ਕਹਿੰਦਾ ਨਾ ਨਾ ਨਾ, ਇੱਥੋਂ ਸਮਾਨ ਲਓ ਤੁਸੀਂ। ਜਿੱਦਾਂ ਉਸ ਵਕਤ ਜਿਵੇਂ ਸਿਕੰਦਰ ਨਹੀਂ ਸੀ ਚਾਹੁੰਦਾ ਸਾਰੀ ਦੁਨੀਆ ਤੇ ਮੇਰੇ ਨਾਂ ਦਾ ਸਿੱਕਾ ਚੱਲੇ, ਅੰਬਾਨੀ ਅੰਦਾਨੀ ਵੀ ਤੇ ਉਸੇ ਹੀ ਸੋਚ ਦੇ ਮਾਲਕ ਨੇ ਨਾ। ਉਹ ਕਹਿੰਦੇ ਸਿਰਫ ਸਾਡਾ ਸਿੱਕਾ ਚੱਲੇ। ਪੈਸੇ ਦੀ ਘਾਟ ਥੋੜਾ ਉਹਨਾਂ ਕੋਲ ਅਜੇ ਵੀ, ਤੇ ਪੂਰੇ ਭਾਰਤ ਵਿੱਚੋਂ ਸਭ ਤੋਂ ਅਮੀਰ ਘਰਾਣਿਆਂ ਚ ਆਉਂਦੇ ਨੇ 1 ਨੰਬਰ ਤੇ। ਉਹ ਤੇ ਦੁਨੀਆ ਤੇ ਆਉਣਾ ਚਾਹੁੰਦੇ ਸੀ ਜਿੱਥੇ 6 ਨੰਬਰ ਤੇ ਸੀ। ਅੱਜ ਦਿਨ ਦਾ ਪੇਚਾ ਪੈ ਗਿਆ ਸੈਂਟਰ ਨਾਲ, ਉਦੋਂ ਦਾ 10ਵੇਂ ਤੋਂ ਵੀ ਥੱਲੇ ਜਾ ਡਿੱਗੇ ਨੇ।
ਜਿੰਦਾ ਉਦਮੇ ਤੋਂ ਵੀ ਥੱਲੇ ਜਾ ਡਿੱਗੇ ਨੇ, ਹੁਣ ਤੇ ਬਹੁਤ ਥੱਲੇ ਜਾ ਡਿੱਗਿਆ ਕੰਮ। ਕਿਉਂ? ਜਾਗਣ ਦੀ ਲੋੜ ਹੈ। ਆ ਜਿੰਨੀਆਂ ਰਾਤਾਂ ਠੰਡੀਆਂ ਉੱਥੇ ਬਿਤਾਉਣੀਆਂ, ਤੁਸੀਂ ਗਏ ਹੋਗੇ ਕਈ ਉੱਥੇ, ਬਸ 22 ਚੇਤਾ ਰੱਖਿਓ। ਹਰਿਆਣੇ ਵਾਲਿਆਂ ਨੇ ਤੇ ਲਿਖ ਕੇ ਵੀ ਲਾਤਾ, ਜਿਹੜੇ ਕਿਸਾਨਾਂ ਦੇ ਹੱਕ 'ਚ ਨਹੀਂ ਸਾਡੇ ਪਿੰਡ ਵੋਟ ਮੰਗਣ, ਉੱਚੀ ਬੋਲੋ ਨਾ। ਬੜਾ ਇਸ ਅੰਦੋਲਨ ਚ ਇਸ ਨੂੰ ਗੱਲ ਨੂੰ ਜੋੜ ਕੇ ਵੇਖੋ। ਉਧਰ ਪਹਾੜੀ ਰਾਜੇ ਮਾਨਸਿਕ ਤੌਰ ਤੇ ਲੋਕਾਂ ਨੂੰ ਗੁਲਾਮ ਰੱਖਣਾ ਚਾਹੁੰਦੇ, ਇਧਰ ਅੰਬਾਨੀ ਤੇ ਅਦਾਨੀ ਅਮੀਰ ਘਰਾਣੇ। ਤੁਸੀਂ ਕੀ ਸੋਚਦੇ? ਸਿਰਫ ਮੋਦੀ ਤੇ ਕਠਪੁਤਲੀ ਹੈ, ਉਹ ਤੇ ਕਠਪੁਤਲੀ ਹੈ। ਇਦਾਂ ਹੀ ਪਹਾੜੀ ਰਾਜੇ ਜਿਨ੍ਹਾਂ ਨੂੰ ਤੁਹਾਡਾ ਰਣਜੀਤ ਨਗਾਰਾ ਪਸੰਦ ਨਹੀਂ, ਪਹਾੜੀ ਰਾਜੇ ਕੀ ਕਰਦੇ ਸੀ? ਜਦੋਂ ਟੈਕਸ ਦੀ ਗੱਲ ਆਉਂਦੀ ਸੀ, ਉਤੋਂ ਔਰੰਗਜ਼ੇਬ ਬਾਦਸ਼ਾਹ ਟੈਕਸ ਮੰਗਦਾ ਸੀ, ਫਿਰ ਪਬਲਿਕ ਦੇ ਉੱਤੇ ਭਾਰ ਪੈਂਦਾ ਸੀ। ਉਹ ਜੰਗ ਕਰਨ ਆਉਂਦੇ ਸੀ, ਗੁਰੂ ਸਾਹਿਬ ਕੋਲੋਂ ਹੈਲਪ ਮੰਗਦੇ ਸੀ। ਜਦੋਂ ਮਾੜੀ ਜੀ ਫੌਜ ਪਿਛਾਂ ਹੁੰਦੀ ਸੀ, ਫਿਰ ਗੁਰੂ ਸਾਹਿਬ ਨੂੰ ਅੱਖਾਂ ਵਿਖਾਉਂਦੇ ਸੀ। ਗੁਰੂ ਸਾਹਿਬ ਇੱਕ ਬੇਨਤੀ ਹੋਰ ਸੁਣਿਓ, ਅੱਜ ਤੱਕ ਆਪਾਂ ਇਹੋ ਸੁਣਿਆ ਨਾ, ਗੁਰੂ ਸਾਹਿਬ ਨੇ ਮੁਗਲਾਂ ਦੀ ਜੜ ਪੱਟੀ। ਇਦਾਂ ਸੁਣਦੇ ਆ ਰਹੇ ਆਪਾਂ ਕਿ ਗੁਰੂ ਸਾਹਿਬ ਦੀ ਲੜਾਈ ਮੁਗਲਾਂ ਨਾਲ ਸੀ, ਮੁਸਲਮਾਨਾਂ ਨਾਲ ਸੀ। ਗਨੀ ਖਾਂ ਨਬੀ ਖਾਂ ਕੌਣ ਸੀ? ਨਿਹੰਗ ਖਾਂ ਕੌਣ ਸੀ? ਪੀਰ ਬੁੱਧੂ ਸ਼ਾਹ ਕੌਣ ਸੀ? ਇਹ ਗੱਲ ਚੁਭਣੀ ਬੜੀ ਹੈ, ਪਰ ਚੁਭਣੀ ਚਾਹੀਦੀ ਹੈ ਜੇ ਤੁਸੀਂ ਬੁਲਾਇਆ ਹੈ। ਹੁਣ ਧਿਆਨ ਨਾਲ ਸੁਣੋ, ਮੈਨੂੰ ਇੱਕ ਪਰਿਵਾਰ ਦੱਸਿਓ ਚਮਕੌਰ ਸਾਹਿਬ ਦੀ ਗੜੀ ਚੋਂ ਜਦੋਂ ਗੁਰੂ ਗੋਬਿੰਦ ਸਿੰਘ ਨਿਕਲਦੇ ਨੇ, ਕਿਸੇ ਹਿੰਦੂ ਪਰਿਵਾਰ ਦੇ ਘਰੋਂ ਪ੍ਰਸ਼ਾਦਾ ਛਕਿਆ ਹੋਵੇ ਮਹਾਰਾਜ ਨੇ। ਗੰਗੂ ਬ੍ਰਾਹਮਣ ਪ੍ਰਸ਼ਾਦਾ ਰਸੋਈਆ ਬਣਾਤਾ, ਤੇ ਸੱਪ ਦੇ ਬੱਚੇ ਕਿਹਨੇ ਕਿਹਾ ਸੀ ਭਲਾ? ਉੱਚੀ ਬੋਲ ਕੇ ਦੱਸੋ, ਹਾ ਦਾ ਨਾਰਾ ਕਿਹਨੇ ਮਾਰਿਆ ਸੀ? ਬਸ ਸਾਡੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਹੈ, ਪਰ ਸਾਨੂੰ ਵਰਤਿਆ ਗਿਆ ਹਮੇਸ਼ਾ, ਅਜੇ ਤੱਕ ਵਰਤੇ ਜਾ ਰਹੇ ਹਾਂ। ਹਾ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਨ ਨੇ, ਤੇ ਮਲੇਰ ਕੋਟਲੇ ਦੇ ਮੁਸਲਮਾਨ ਉਦੋਂ ਦਾ ਹੀ ਲੰਗਰ ਲਾ ਕੇ ਬੈਠੇ ਨੇ ਉੱਥੇ ਕੁੰਡਲੀ ਬਾੜੀ। ਉਦੋਂ ਦਾ ਲੰਗਰ ਲਾ ਕੇ ਬੈਠੇ ਨੇ। ਤੁਹਾਡੇ ਜੋ ਕਈ ਮੋਰਚੇ 'ਚ ਗਏ ਹੋਣੇ, ਜਾ ਕੇ ਵੇਖ ਲਿਓ। ਇਧਰੋਂ ਜਾਂਦੇ ਆਪਾਂ ਪੰਜਾਬ ਵੱਲੋਂ, ਖੱਬੇ ਹੱਥ ਉਹਨਾਂ ਦਾ ਲੰਗਰ ਆਉਂਦਾ ਹੈ, ਸੇਵਾ ਕਰਦੇ ਨੇ, ਹੱਥੀਂ ਜੋੜੇ ਪਾਉਂਦੇ ਬਜ਼ੁਰਗਾਂ ਦੇ। ਤੇ ਸਾਡੇ ਕੰਨਾਂ 'ਚ ਕੀ ਪਾਇਆ ਅਗਲਿਆਂ ਨੇ? ਵੀ ਜਿਵੇਂ ਸਿੱਖ ਤੇ ਮੁਸਲਮਾਨ ਦੀ ਆਪਸ ਵਿੱਚ ਬੜੀ ਟੱਕਰ ਹੈ ਤਗੜੀ। ਇੱਕ ਗੱਲ ਦਾ ਖਿਆਲ ਰੱਖਿਓ, ਗੁਰੂ ਸਾਹਿਬ ਨੇ ਇਹ ਨਹੀਂ ਸਿਖਾਇਆ ਵੀ ਤੁਸੀਂ ਕਿਸੇ ਹਿੰਦੂ ਨਾਲ ਨਫ਼ਰਤ ਕਰਨੀ ਹੈ, ਮੁਸਲਮਾਨ ਨਾਲ ਨਫ਼ਰਤ ਕਰਨੀ। ਸਾਡੀ ਵਿਚਾਰਧਾਰਕ ਜੰਗ ਹੈ। ਸਾਡੀ ਕਿਹੜੀ ਜੰਗ ਹੈ? ਬੋਲ ਕੇ ਦੱਸਿਓ। ਵਿਚਾਰਧਾਰਕ ਜੰਗ ਹੈ। ਜੇ ਕੋਈ ਹਿੰਦੂ ਪਰਿਵਾਰ ਇਸ ਗੱਲ ਨੂੰ ਸਮਝ ਕੇ ਇਸ ਬੰਨੇ ਆਉਂਦਾ, ਤੇ ਜੀ ਪ੍ਰੋਫੈਸਰ ਸਾਹਿਬ ਸਿੰਘ ਵੀ ਤੇ ਇੱਕ ਹਿੰਦੂ ਪਰਿਵਾਰ 'ਚ ਪੈਦਾ ਹੋਏ ਸੀ, ਮਾਸਟਰ ਤਾਰਾ ਸਿੰਘ ਹਿੰਦੂ ਪਰਿਵਾਰ 'ਚ ਪੈਦਾ ਹੋਏ ਸੀ। ਕਿਸੇ ਨਾਲ ਨਿੱਜੀ ਤੌਰ ਤੇ ਕੋਈ ਦੁਸ਼ਮਣੀ ਨਹੀਂ, ਪਰ ਐਸ ਵਿਚਾਰਧਾਰਾ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਹਨੂੰ ਪਸੰਦ ਨਹੀਂ? ਜਿਹੜਾ ਪੱਥਰ ਦੀ ਮੂਰਤੀ ਬਣਾ ਕੇ ਲੋਕਾਂ ਕੋਲੋਂ ਮੱਥੇ ਟਿਕਾਉਂਦਾ ਹੈ, ਤੇ ਬਾਣੀਆਂ ਦੀ ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਰਤਾ। ਅੱਜ ਕਿਹੜੇ ਰਾਹ ਪੈ ਗਏ ਅਸੀਂ? ਸਾਡੇ ਹੁਣੇ ਮੈਂ ਸ਼ਬਦ ਪੜਿਆ ਸੀ, ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ। ਪੰਡਤ ਵੀ ਲਿਖਿਆ ਤੇ ਮੁੱਲਾ ਵੀ ਲਿਖਿਆ। ਲੋਕ ਮੁੱਲਾਂ ਕੋਲੋਂ ਵੀ ਪੁੱਛਣ ਜਾਂਦੇ ਸੀ ਤੇ ਪੰਡਤ ਕੋਲੋਂ ਵੀ ਪੁੱਛਣ ਜਾਂਦੇ ਸੀ। ਅੱਜ ਕਿੰਨੇ ਪਰਸੈਂਟ ਜਿਹੜੇ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਿਸੇ ਜੋਤਸ਼ੀ ਪਾਂਦੇ ਸਿਆਣੇ ਨੂੰ ਨਾ ਪੁੱਛ ਕੇ ਕਰਦੇ ਹੋਣ? ਕੋਈ ਬਾਇਓ ਡਾਟਾ ਮਿਲਾਉਂਦਾ ਫਿਰਦਾ ਹੈ, ਜਨਮ ਤਰੀਕਾ ਮਿਲਾਉਂਦਾ ਫਿਰਦਾ ਵੀ ਮੇਰੇ ਪੁੱਤਰ ਧੀ ਦਾ ਕੋਈ ਮੰਗਲੀਕ ਨਾ ਹੋਵੇ, ਜਾ ਕੇ ਪਤਨੀਆਂ ਖਿਲਾਉਂਦਾ ਫਿਰਦਾ ਹੈ। ਵਿਚਾਰਧਾਰਕ ਜੰਗ। ਸੁਚਾਨੰਦ ਖੱਤਰੀ ਕਹਿੰਦਾ ਸੱਪ ਦੇ ਬੱਚੇ ਨੇ, ਉਹਨੂੰ ਕਹਿਓ ਨਵਾਬ ਇਹ ਸਰਪ ਬਸੂਰੇ, ਛੋਟੇ ਵੱਡੇ ਡਸਕ ਜ਼ਰੂਰੇ। ਛੋਟੇ ਹੋਣ ਜਾਂ ਵੱਡੇ ਹੋਣ, ਇਹ ਡੰਗ ਜ਼ਰੂਰ ਮਾਰਨਗੇ ਵੱਡੇ ਹੋ ਕੇ। ਅੰਮ੍ਰਿਤ ਦੇ ਦਾਤੇ ਨੂੰ ਸੱਪ ਕਿਹਾ ਇਹਨਾਂ ਲੋਕਾਂ ਨੇ। ਇੱਕ ਬੇਨਤੀ ਹੋਰ ਕਰ, ਧਿਆਨ ਨਾਲ ਸੁਣੋ।
गंगू ब्राह्मण कौन सी भला, की पेश किया गुरु घर दा, बड़े तेज सन। अगलियां ने इदां इतिहास बना के कर दिता कि गुरु गोबिंद सिंह महाराज जी प्रशादा किसी सिख परिवार के हथों ना छकते होणगे, कोई सिख रसोईया नहीं होएगा। अगलियां ने इदां गाना किया भी तुहाडा गुरु भी जात पात नूं मनदा सी, वो भी किसी उच्च घराणे व्यक्ति दे हथों ही प्रशादा छकदे सी। आम बंदे दे हाथ दी बनी तां रोटी तुहाडे गुरु नूं भी चंगी नहीं सी लगदी। कदी दिमाग वरतिया, कदी अपने दिमाग ते लोड़ पाया भी गंगू ब्राह्मण कौन, गुरु घर दा रसोईया। भाई दया सिंह, भाई धर्म सिंह, भाई मान सिंह, उत्थे अनेकां गुरु के सिख होणगे। गुरु साहब दा प्रशादा पानी उन्हां चों कोई ना तैयार करदा होएगा। अगले ने इदां इदां यार तुसीं की लगदे हो ये अज लगे आरएसएस वाले, बड़े देर दे लगे ने अगले तुहाडे विच इतिहास परोसण वास्ते। फिर किसी दे घरों कहंदे रोटी खा लीए ते ओहदा एहसान नहीं भुलीदा, इन्ने साल रसोईया रह के बेईमानी करके आओ। वो प्यारिओ तां ही मैं पहला बेनती कीती थोड़ा बहुता पढ़न दी, उच्ची बोलो, कोशिश करो। पर साडी प्रॉब्लम पता की है, असी आप पढ़ना आउने 10 रुपये पाए गोलक परिक्रमा कीतियां देग लई, ਜਦੋਂ तक भाई साहब बाणी पढ़न लगदे आ बंदा उदों तक रोड ते जा चुका हुंदा। किहनूं सुनाउणा है जी, क्यों सत्संग ना साडे कोल पुत्रां दे आनंद कारजां वेले सुणन दा समां, ना साडे कोल खुशी दे किसे होर फंक्शन ते सुणन दा समां है। किथे दस दे है वक्त किथे? हुण दिमाग 'च सवाल दौड़दा होना ਜਦੋਂ तक अपने अंदर सोचो भी गुरु गोबिंद सिंह महाराज सच्चे पातशाह दा रसोईया। अगले काना ना करते होणगे तुहाडा गुरु भी जात पात नूं मनदा सी, तुहाडा गुरु भी इन्हां गल्लां विच फसिया सी। ब्राह्मण ही उन्हां दी रसोईयां तैयार करदे सी, जेड़ी बाणी मुताबक खत्री ब्राह्मण सूद वैश उपदेश चौं वर्णा को सांझा। गुरु दा उपदेश सारियां दी बराबर है। गुरुआ ते खत्री ब्राह्मण शूद्र होवे वैश होवे उपदेश बराबर सारे। पर अगले ने ऐडा यार बोया साडे अंदर, ऐडा दी विचार साडे दिमाग विच पाउण दी पूर्ण तौर ते कोशिश कीती उन्हां ने। किते ना किते वो लोग कामयाब भी होए। अज भी तुसीं वेख लो उन्हां ने जिहड़ा यार खिलारिया किते ना किते साडे सिख परिवारां विच पहुंचे, जिहदा असर तुहानूं रोज दिसदा है। ਜਦੋਂ ਤੁਸੀਂ ਧਿਆਨ ਨਾਲ ਪੜ੍ਹ ਕੇ ਵੇਖੋਗੇ ਤੁਸੀਂ ਇੱਕ ਮੁਸਲਮਾਨ ਕਮਾਲ ਦੀ ਗੱਲ ਵੇਖੋ, ਨਿਹੰਗ ਖਾਂ ਇੱਕ ਮੁਸਲਮਾਨ ਹੈ, ਉਹਦੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਨਾਲ ਜਦੋਂ ਬਾਬਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਨਿਹੰਗ ਖਾਂ ਦੇ ਘਰ ਪਹੁੰਚਦੇ ਨੇ। ਧਿਆਨ ਨਾਲ ਸੁਣੇ, ਨਿਹੰਗ ਖਾਂ ਦੀ ਧੀ ਕੁਵਾਰੀ ਹੈ। ਬਚਿੱਤਰ ਸਿੰਘ ਜ਼ਖਮੀ ਹਾਲਤ ਉਹਦੇ ਘਰ ਲੈ ਕੇ ਆਏ ਬਾਬਾ ਅਜੀਤ ਸਿੰਘ, ਪਿੱਛੋਂ ਫੌਜ ਚੜ ਕੇ ਆ ਗਈ। ਇੱਕ ਰੂਮ ਦੇ ਵਿੱਚ ਭਾਈ ਬਚਿੱਤਰ ਸਿੰਘ ਦਾ ਜਿੰਨਾ ਕੁ ਹੋਇਆ ਇਲਾਜ ਕਰ ਰਹੀ ਹੈ ਉਹ ਧੀ। ਸਿਪਾਹੀ ਆਏ, ਇਸ ਰੂਮ 'ਚ ਕੌਣ ਹੈ? ਕਿੱਡੀ ਦਲੇਰੀ ਹੋਏਗੀ ਨਿਹੰਗ ਖਾਨ ਦੀ। ਕਹਿੰਦਾ ਮੇਰਾ ਜਵਾਈ ਤੇ ਮੇਰੀ ਧੀ ਨੇ। ਇਹ ਸੁਣਨਾ ਵੀ ਬੜਾ ਸੌਖਾ ਹੈ ਤੇ ਸੁਣਾਉਣਾ ਵੀ ਬੜਾ ਸੌਖਾ ਹੈ। ਪਰ ਇੱਕ ਕੁਆਰੀ ਧੀ ਬਾਰੇ एक लफ्ज कहना कितना सिदक दी मूरत होएगा, कितना करैक्टर किरदार उच्चा होएगा निहंग खान दा। वो चले गए। अगला दिन होया भाई बचित्तर सिंह अगले दिन शहादत दा जाम पी गए, क्योंकि जख्म ज्यादा सन, फट ज्यादा सन। ते अगली गल सुनियो, निहंग खान दी धी दा जदों निकाह कर लगे तो उन्हें एक लफ्ज बोलिया, आंदी मेरा कल तुसी विआह कर दिता है, हुण मैं सारी जिंदगी विआह नहीं कराउणा, मैं बचित्तर सिंह दी पत्नी बन के अपना जीवन गुजारा। एक करैक्टर सी निहंग खान ते निहंग खान दी धी दा, एक किरदार सी जिहड़ा तुहानूं लभना बोलो बहुत औखा है।
गनी खां ते नबी खां गुरु गोबिंद किड्डा वड्डा रिस्क है, किड्डा वड्डा रिस्क है। वो गुरु गोबिंद सिंह महाराज नूं उच दा पीर बना के लैके जा रहे हैं ते साडे कन्नां च किहड़े शब्द पाए गए? मुसलमानां दे दुश्मन सी गुरु साहब। वो भलिओ गल विचारधारक टकरा सी, जिन्हां नाल नहीं सी बनदी उन्हां ने अपने पल्ले गेंद डिगण ही नहीं दित्ती, जिन्हां नाल साडी बनदी नहीं सी उन्हां ने अपने वाले बन्ने गल उच्ची बोलो जान ही नहीं दित्ती अगलियां ने। जिन्हां नूं सवेरे उठ के आसा जी वार विच कहा जांदा गऊ ब्राह्मण को कर लावो गोबर तरन न जाई, ओही सवेरे गां मगर पेड़ा चुकी फिरदे ने। जन्म देने वाली मां नूं रोटी नहीं पुछदे, ब्राह्मण दे आके लाके मंगलवार गऊ नूं उच्ची बोलो पेड़ा चारदे फिरदे ने, भावें वो सिंह मार देवे पेड़ा चारदे चारदे। कईयां ने वखियां पड़वाइयां भी गावां कोलों। मां नूं रोटी नहीं खवाउणी, पर ब्राह्मण ने आख्या सी चिट्टी गां होवे ओनूं पेड़ा चारिओ तुहानूं नौकरी मिलेगी। कई ब्राह्मणों के आखे लाके कुत्तियां मगर रोटियां लेके तुरे फिरदे ने ते ओ कहंदे भी आ काले कुत्ते नूं पायो, ना काला कुत्ता लभे, ना वो रोटी खावे ते ना नौकरी पक्की होवे। अच्छा कई बारी बंदा रोटी पका के घरों लै जांदा, कुत्ते नूं कहंदा मगर कुत्ते दे भजदा, कुत्ता होर तेज भजदा, ओनूं ये नहीं पता मैनूं मारन पै रिहा कि मैनूं रोटी पाउण आ रिहा, पिछों आवाज़ां मारदा खाला तेरे हाथी मेरी नौकरी आ। निशान साहब 100-100 फुट असी उच्चे कर लै, असी गुरु दी विचार नूं उच्चियां ना चुक सके। समझण दी जरूरत सी, बाणी पढ़दे विचारदे समझदे। मैं फिर दोबारा बेनती करदा, साडी किसी नाल निजी तौर ते दुश्मनी बिल्कुल नहीं है। साडे भी हिंदू वीर बड़े दोस्त ने, पर उत्थे कह दईदा भाई तुसी मूर्ति विचों रब वेखी जाओ, सानू ते मां ते बाप विचों ही रब दिसदा है। ਧੀਆਂ ਭੈਣਾਂ ਵਿੱਚੋਂ ਰੱਬ ਵੇਖੋ, ਸਮਾਜ ਵਿੱਚੋਂ ਰੱਬ ਵੇਖੋ, ਤੁਸੀਂ ਪੂਜੀ ਜਾਓ, ਇਹ ਤੁਹਾਡਾ ਆਪਣਾ ਅਕੀਦਾ, ਅਸੀਂ ਮਨਾ ਥੋੜਾ ਕਰ ਸਕਦੇ। ਐਦਾਂ ਦੀ ਸਾਂਝ ਰੱਖੋ। ਜ਼ਰੂਰੀ ਜਾ ਕੇ ਉੱਥੇ ਟਿੱਕੇ ਤੇ ਗੋਟੇ ਲਵਾਉਣੇ ਨੇ, ਉਹ ਲੀਡਰਾਂ ਦੀ ਤੇ ਮਜਬੂਰੀ ਹੋ ਸਕਦੀ ਹੈ, ਕਿਉਂਕਿ ਉਹਨਾਂ ਨੇ ਉੱਥੋਂ ਉੱਚੀ ਬੋਲੋ ਵੋਟਾਂ ਲੈਣੀਆਂ ਨੇ। ਸਾਡੀ ਕੀ ਮਜਬੂਰੀ ਹੈ? ਅਸੀਂ ਤੇ ਇੱਕੋ ਕਹਿ ਸਕਦੇ ਹਾਂ ਕਿ ਭਾਈ ਗੁਰੂ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ। ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਲਿਖਿਆ कमल ज्यों माया जल विच है अलेप सदा, जिवें कमल फुल रहिंदा चिकड़ च पर अपने पत्तियां नूं चिकड़ तो बचा के रखदा। कमल ज्यों माया जल विच है अलेप सदा, सब दा स्नेही चाल सब तो निराली है। कमल फुल सारियां नूं सुगंधी दिंदा, पर अपने पत्तियां नूं चिकड़ तो बचा के रखदा। करके कमाई खावे मंगना हराम जाने। कौन? सिख। ये डेफिनेशन है जी सिख दी। करके कमाई खावे मंगना हराम जाने। वो कहंदा धार दे दे, कल नूं कमाई करके मोड़ दूं, पर मैं भीख नहीं मंगनी। वो तो सानूं जपजी साहिब जी कहता, मुंदा संतोख शर्म पत झोली, ध्यान की करे विभूत। शर्म, शर्म दा अर्थ की मेहनत, मेहनत दा खप्पर ले ला जोगी, मेहनत दा खप्पर ले ला। हुण मान लो सीएम है ना यूपी दा जोगी, ਉਹ ਸਟੇਟਮੈਂਟ ਦਿੰਦਾ, ਕਹਿੰਦਾ ਕਿਸਾਨ ਜਿਹੜੇ ਆ ਉਹ ਧਰਨਿਆਂ ਤੇ ਬੈਠੇ ਚੰਗੇ ਨਹੀਂ ਲੱਗਦੇ, ਉਹ ਤੇ ਖੇਤਾਂ 'ਚ ਬੈਠੇ ਚੰਗੇ ਲੱਗਦੇ ਆ। ਉਹਨੂੰ ਆਪਾਂ ਕਹਿੰਦੇ ਆ ਵੀ ਜੋਗੀ ਦੀ ਸੱਪ ਫੜਦੇ ਚੰਗੇ ਲੱਗਦੇ ਆ, ਸੀਐਮ ਦੀ ਕੁਰਸੀ ਤੇ ਬੈਠੇ ਚੰਗੇ नहीं लगदे। भी तू जाके सप फड़ पटारी लै, तू दर दर ते मंगदा फिर। जपजी साहिब गुरुदेव ने कहता, मुंदा संतोख, संतोख दियां मुंदरां पाला, कन पड़वा के कच दियां मुंदरां पाउण दी लोड़ ही नहीं। शर्म पत झोली, पतदार ते खप्पर, शर्मदार ता उद्यम मेहनत ते मेहनत नूं खप्पर बना ला। मेहनत कश बंदा किसे कोलों भीख नहीं मंगदा, भावें वो फ्रूट दी दुकान वाला होवे, कोई टायरां नूं पेंचर लाउण वाला होवे, कोई दिहाड़ीदार होवे। वो कहंदा मैं अपने बच्चों जोगी कमा के लिया सकदा। शर्म पत झोली, करके कमाई खावे मंगना हराम जाने।
आ सिख की डेफिनेशन है, भाई कान से नाभा जी ने महान कोश लिखी। करके कमाई खावे, हुण ऐस कसवटी ते ला के देखो सिख जिहड़ा लगी जाऊ पूरा उतरू वो सिख है। बस आ डेफिनेशन है। कुछ बाणी चो ला लो, कुछ भाई कान से नाभा जी दे कवित ते ला के देख लो। करके कमाई खावे मंगना हराम जाने, भाणे विच विपता नूं मन्ने कुछ हाली है। वड्डी तो वड्डी विपता पै जाए भाणा मन्ने। विपता समझदे हो? गड्डी दा एक्सीडेंट हो गया, कोई घर च डेथ हो गई, कोई कारोबार फेल हो गया, कवे ये भी तेरी रजा है, तू मेरा इम्तिहान नहीं ले रहा किते। बापू जी इम्तिहान च पाया ते मैनूं पास करी। इम्तिहान भी उन्हां दे हुंदे जिहड़े पढ़दे ने, जिहड़े पढ़दे नहीं उन्हां दे इम्तिहान थोड़ा हुंदे। जे मैं पढ़दा ते मेरा इम्तिहान भी बोलो ठेडा भी ओनू लगू जिहड़ा तुरू, जिहड़ा तुरदा ही नहीं ओनू ठेडा भी कित्थों लगना। घर च भैन चाह बनाउंदी है, जिहड़ी चाह बनाउंदी कई दी कदी चाह उबल भी सकदी है। सब्जी बनाउंदे कहंदे नमक वध भी पै सकदा है। हुण जिहने कदी चाह बना के नहीं वेखी ओ इदां कवे आपा नहीं कदी चाह उबलण दित्ती, दूजियां दी तू बनाई नहीं कदों सी। जिहड़ा बनाएगा उहदे कोलों नुकसान भी होएगा, जिहड़ा काम करेगा उहदे कोलों गलती भी होएगी। जिन्हें गलती नहीं की उन्हें काम भी नहीं किया, जिन्हें काम किया उहदे कोलों बोलो जी गलती भी होएगी। हुण पट्ठे वड्ढण वाले दा किते दातरी हाथ ते लग भी जांदी है। एक बंदा कोई अज तक नहीं मैं हाथ ते दातरी वजन दित्ती, वो कहंदा पट्ठे वड्डे भी किते नहीं, तू ते मझ नहीं कदी किल्लियों पिछां कीती। भाणे विच विपता नूं मन्ने कुछ हाली है, स्वार्थ तो बिना गुरुद्वारियां दा चौकीदार। की सारे बोलो स्वार्थ तो बिना हैगा अज कोई भी? स्वार्थ तो बिना गुरुद्वारा प्रचारक, रागी, ढाडी, प्रधान, सैकटरी, खजानची हर बंदा गुरुद्वारे दे असीं कौन आ? उची बोलो, बोलिया नहीं जा रहा ना, इदां बोलो थोड़ा खंगारा मार के। की है चौकीदार? आपां की आ? मालिक कौन आ? हुण किसी बाबे दा नाम ले दिओ, धन श्री गुरु ग्रंथ साहिब जी। असीं कौन आ? भैणों तुसीं बोलो, इधर आवाज घट आ रही है। चौकीदार, पर अज सच्ची चौकीदार स्वार्थ तो बिना गुरुद्वारियां दा चौकीदार। मोदी भी चौकीदार ही कहंदा अपने आप नूं। सच्चा पातशाह हो जाए चौकीदार ना किसी देश नहीं चाहिए। वो इदां कहंदा मैं भी चौकीदार ही। वो इहो जिहा अच्छा चौकीदार हैगा, पर वो दो परिवारां दा चौकीदार, उन्हां लई तां पहरा पूरा दे रहे, पूरा राखी कर रहे पूरी उन्हां दी। स्वार्थ तो बिना गुरुद्वारियां दा चौकीदार सिख, स्वार्थ तो बिना। ते अज सियासत भी जाना होवे ते कई वारी गुरुद्वारे नूं सीढ़ी बनाया जांदा, बनाया जाता। वो बोलो भाई हाँ हौली हौली स्टैप बाय स्टैप अगे तुरे जाओ। जिड्डा वड्डा गुरुद्वारा उड्डे वड्डे गुरुद्वारे दी प्रधानगी लड़ाइयां वध। अच्छा जे ते सेवा समाड़ा दे पिंड दे गुरुद्वारे दी प्रधानगी दी कोई लड़ाई नहीं, उत्थे सगों कोई बनन नूं तैयार नहीं हुंदा। जिड्डा वड्डा गुरुद्वारा ओडियां वड्डियां आ पिछे जे एक वड्डे शहर की गल दसन लगा, उत्थे गुरुद्वारा नवा बनना सी। वो आंदे जी इस चीज की सेवा चाहिए, कहंदा लिख के ले लो, इन्ने साल मैं प्रधान रवांगा, सारी सेवा कल्ला कर दूं। मतलब सोच वेखो भी सेवा कर दूं, पर जदों तक मैं फट्टे ते लम्मा नहीं पैंदा उदों तक वो बोलो भाई स्वार्थ तो बिना। हुण एक हुंदा बंदा कहंदा मैं सेवा करना चाहुंदा, मैं सेवा करना चाहुंदा, मैनूं सेवा दा मौका दे। सच्चा पातशाह मैं जोड़े झाड़ा मैनूं जिहड़ा भी काम दिओ मैं काम करन नूं ते। स्वार्थ तो बिना गुरुद्वारियां दा चौकीदार धर्म ते जंग दी चढ़े मुख लाली है। किते धर्म ते जंग दी लोड़ पवे ते लालियां पखनों नूं चाह चढ़ जाए। धर्म ते जंग दी चढ़े मुख लाली है,
पूजे ना अकाल बिन होर कोई देवी देव। सारे बोलो, पूजे ना होर कोई। कौन है वो? सिख दशमेश दा सो कहिए अकाली है। ओ है सिख दसम पातशाह दा, ओनू कहंदे अकाली। ये डेफिनेशन है अकाली दी। ये किहने लिखी है? भाई कान सिंह। हुण इस कविते नूं ना मढ़ा के लैमीनेशन करा के अपने घर ला लेना चाहिए। ਉਹਦੇ अर्थ थले लिखा के आ ऐसे ला लो कसवटी ते, पूजे ना अकाल बिन होर कोई देवी दे। किसे देवी किसे देवते थां थां ते मथे ना टेके। पूजे ना अकाल बिन होर कोई देवी देव। सिख दशमेश दा सो कही है। अकाली दा अर्थ एक अकाल नूं मनदा है। ओ सिख है गुरु दा, जिहड़ा किसी थां ते विश्वास रखदा। अज थां छड्डिया कोई नहीं, क्यों किसी थां ते मत्थे टेकी जांदा, किसी थां ते मत्थे टेकी जांदा। किसी च कोई देवी आउंदी है, किसी च कोई देवता आउंदा है, किसी च कोई बाबा आउंदा है, किसी नूं होर नहीं कोई लभदा, मरिया ताया ताई आई जांदा है। माफ करना, इस तमाशा बन गया साडी कौम दा। हालात देखो तुसीं, कोई फलाने थां तुरिया फिरदा। सब वेलड़ बंदियां दियां निशानियां। ਜਿਹੜਾ ਵੀ ਕਹਿੰਦਾ ਵਿੱਚ ਬਾਬਾ ਆਉਂਦਾ, ਚਿਮਟਾ ਕਰ ਲੋ ਲਾਲ, ਸਰੀਆ ਕਰ ਲੋ ਲਾਲ, ਬਸ ਉਹਦੇ ਗਿੱਟੇ ਤੇ ਲਾਉਣ ਦੀ ਕੋਸ਼ਿਸ਼ ਕਰੋ, 10 ਮਿੰਟਾਂ 'ਚ ਬਾਬਾ ਬਾਹਰ ਆ ਜਾਣਾ। ਬਸ ਏਦਾਂ ਕੋਈ ਸਭ ਸਭ। ਅੱਛਾ, ਹੁਣੇ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਪੰਜਾਬ 'ਚ ਕਿੰਨੇ ਬਾਬੇ ਨੇ? ਕਿਸੇ ਬਾਬੇ ਨੂੰ ਪੁੱਛੋ ਵੀ ਤੂੰ ਕਹਿੰਦਾ ਮੈਂ ਅੰਤਰਜਾਮੀ ਐ, ਮੈਂ ਦੱਸ ਸਕਦਾ ਲੜਕੀ ਹੋਣੀ ਕਿ ਲੜਕਾ। ਬਾਬੇ ਏਦਾਂ ਕਹਿੰਦੇ ਆ, ਅਸੀਂ ਪਹਿਲਾਂ ਦੱਸ ਦਾਂਗੇ ਲੜਕਾ ਹੋਣਾ ਕਿ ਲੜਕੀ। ਏਦਾਂ ਕਹਿੰਦੇ। ਕਿਸੇ ਬਾਬੇ ਨੂੰ ਪੁੱਛੋ, ਇਹ ਦੱਸੋ ਇਹ ਕਾਲੇ ਕਾਨੂੰਨ ਕਦੋਂ ਰੱਦ ਹੋਣਗੇ? ਡੇਟ ਪੁੱਛ ਲਓ। ਇਹ ਪੁੱਛ ਲਓ ਰੱਦ ਹੋਣਗੇ ਵੀ ਕਿ ਨਹੀਂ ਹੋਣਗੇ। ਜੇ ਹੋਣਗੇ ਤੇ ਕਦੋਂ ਹੋਣਗੇ? ਐ ਕਰੋ, ਅੰਦਾਜ਼ਾ ਲਾ ਕੇ ਦੱਸ ਦਿਓ ਵੀ 20 ਜਨਵਰੀ ਤੋਂ 25 ਜਨਵਰੀ ਦੇ ਅੰਦਰ ਅੰਦਰ ਹੋਣਗੇ, ਕਿ ਜਾਂ 15 ਜਨਵਰੀ ਤੋਂ ਲੈ ਕੇ 20 ਜਨਵਰੀ ਦੇ ਅੰਦਰ ਅੰਦਰ ਹੋਣਗੇ, ਜਾਂ ਫਰਵਰੀ ਜਾ ਕੇ ਹੋਣਗੇ ਕਿ ਨਹੀਂ ਹੋਣਗੇ। ਦੱਸ ਦਿਓ। ਕੋਈ ਨਹੀਂ ਦੱਸੇਗਾ। ਕਰੋਨੇ ਭਾਵੇਂ ਉਹ ਹੈ ਤੇ ਨਾਟਕ ਜਿਹਾ ਹੀ ਹੈ। ਕਿੱਥੇ ਗਿਆ ਕਰੋਨਾ? ਹੁਣ ਵਾਣੇ ਵਾਣ ਨਹੀਂ ਪਾਇਆ ਕਰੋਨਾ ਪੰਜਾਬੀਆਂ ਨੇ। ਹੈ ਕਰੋਨਾ ਵੀ ਭੱਜਾ ਫਿਰਦਾ ਹੋਣਾ ਵੀ ਇਹਨਾਂ ਦੇ ਸਾਹਮਣੇ ਮੈਂ ਨਹੀਂ ਚੱਲਦਾ। ਉਹ ਛਿੱਕੇ ਜੇ ਮੂੰਹ 'ਚ ਲਾਏ ਮਾਸਕ। ਕਿੱਦਾਂ ਹੈ? ਇੱਕ ਫਾਇਦਾ ਹੈਗਾ ਮਾਸਕ ਲਾਉਣ ਵਾਲਾ ਦਾ, ਉਹਨਾਂ ਲੋਕਾਂ ਜਿਨ੍ਹਾਂ ਨੇ ਪੈਸੇ ਦੇਣੇ ਆ ਨਾ, ਉਹ ਤੇ ਇਦਾਂ ਹੁੰਦੇ ਬਸ। ਉਦੋਂ ਦਾ ਸੱਚਾ ਪਾਤਸ਼ਾਹ 5 ਸਾਲ ਕਿਤੇ ਕਰੋਨਾ ਹੋ ਰਿਹਾ ਜੇ, ਵਾਂਢੇ ਤੇ ਚੰਗੇ ਘੁੰਮ ਰਹੇ ਨੇ, ਉਦੋਂ ਤੇ ਘਰੋਂ ਨਿਕਲਣ ਜੋਗਾ ਨਹੀਂ। ਮੈਂ ਤੇ ਲੋਕਾਂ ਦੇ ਪੈਸੇ ਦੇਣੇ। ਉਹ ਤੇ ਪੱਗ ਵੀ ਦੂਜੇ ਰੰਗ ਦੀ ਬੰਨ ਲੈਂਦਾ ਵੀ ਬੰਦਾ ਪਛਾਣਿਆ ਨਾ ਜਾਵੇ। ਇਹ ਛੱਡੀਆਂ ਜਾਂਦੀਆਂ ਚੀਜ਼ਾਂ। ਮੈਂ ਫਿਰ ਦੁਬਾਰਾ ਬੇਨਤੀ ਕਰਦਾ, ਵਾਸਤਵ ਵਿੱਚ ਸੱਚਾਈ ਕੀ ਹੈ ਕਿ ਅਸੀਂ ਮਾਨਸਿਕ ਤੌਰ ਤੇ ਗੁਲਾਮ ਹਾਂ। ਅਸੀਂ ਆਪ ਬਾਣੀ, ਇਹ ਦਿਨ ਮਨਾਉਣ ਦਾ ਤਾਂ ਲਾਭ ਹੈ ਜੇ ਆਪ ਬਾਣੀ ਪੜ੍ਹਨੀ ਹੈ। ਸਹਿਜ ਪਾਠ ਆਪ ਕਰੋ, ਭਾਵੇਂ 1 ਅੰਕ ਰੋਜ਼ ਪੜ੍ਹੋ, ਅੱਧਾ ਅੰਕ ਰੋਜ਼ ਪੜ੍ਹੋ। ਆਪਣੇ ਘਰਾਂ ਚੰਗੀਆਂ ਕਿਤਾਬਾਂ ਰੱਖੋ। ਰੋਜ਼ ਆਪਣੇ ਆਪ ਨੂੰ ਨਵੇਂ ਸਿਰਿਓਂ ਘੜਨ ਦੀ ਕੋਸ਼ਿਸ਼ ਕਰੋ। ਗਿਆਨ ਇੱਕ ਏਦਾਂ ਦੀ ਚੀਜ਼, ਜਦੋਂ ਤੁਸੀਂ ਉਹਨੂੰ ਤੁਸੀਂ ਆਪਣਾ ਸਾਥੀ ਬਣਾ ਲੈਂਦੇ ਹੋ, ਬੰਦਾ ਜਿਹਨੂੰ ਪੜ੍ਹਨ ਦਾ ਸ਼ੌਂਕ ਪੈ ਜਾਂਦਾ, ਉਹ ਕਦੀ ਇਕੱਲਾ ਨਹੀਂ ਹੁੰਦਾ। ਤੁਸੀਂ ਵੇਖੋ, ਇਹ ਰੁਚੀ ਬਣਾਉਣੀ ਪੈਂਦੀ ਪੜ੍ਹਨ ਦੀ। ਜਿਹਨਾਂ ਨੂੰ ਪੜ੍ਹਨ ਦੀ ਚੇਟਕ ਲੱਗ ਜਾਏ, ਉਹ ਕਦੀ ਇਕੱਲਾ ਨਹੀਂ ਹੁੰਦਾ। ਉਹਦੇ ਰਿਸ਼ਤੇਦਾਰ ਘਰ ਦੇ ਕਿਤੇ ਰਿਸ਼ਤੇਦਾਰ ਕੋ ਗਏ ਹੁਣ, ਇਕੱਲਾ ਹੋਵੇ, ਉਹ ਆਪਣੇ ਕੰਮ ਨਿਬੇੜ ਕੇ ਉਹ ਆਪਣੀ ਕਿਤਾਬ ਚੱਕ ਲੈਂਦਾ ਹੈ। ਪੜ੍ਹਨ ਦੀ ਰੁਚੀ ਪੈਦਾ ਕਰੋ ਆਪਣੇ ਅੰਦਰ। ਸਟੱਡੀ ਕਰੀਏ। ਬੜਾ ਇਤਿਹਾਸ ਸਾਡੇ ਕੋਲ ਕਮਾਲ ਦਾ। ਸਾਡੇ ਕੋਲ ਅੱਲਾ ਯਾਰ ਖਾਂ ਜੋਗੀ ਦੀਆਂ ਬਾਤਾਂ ਕਦੀ ਪੜ੍ਹ ਕੇ ਵੇਖੋ। 1952-53 ਚ ਕਿਤਾਬ ਲਿਖੀ ਸੀ, ਸ਼ਹੀਦਾਂ ਨੇ ਵਫਾ ਤੇ ਗੰਜੇ ਸ਼ਹੀਦਾਂ। ਉਹ ਕਦੀ ਪੜ੍ਹ ਕੇ ਵੇਖੋ, ਜਦੋਂ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਦੇ ਨਾਲ 25 ਤੇ 26 ਇਹ 2 ਤਰੀਕਾਂ ਨੂੰ ਜਦੋਂ ਲਗਾਤਾਰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਲਗਾਤਾਰ ਜਿਹੜੇ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਜੀ ਤੇ ਉਹਨਾਂ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ, ਉਹ ਠੰਡਾ ਬੁਰਜ ਥੱਲਿਓਂ ਪਾਣੀ ਨਾਲ ਹਵਾ ਟਕਰਾ ਕੇ ਜਦੋਂ ਬੁਰਜ ਵਿੱਚ ਜਾਂਦੀ ਸੀ, ਅੱਤ ਦੀ ਗਰਮੀ ਵਿੱਚ ਵੀ ਬੰਦੇ ਨੂੰ ਧੁੰਤਣੀ ਆਉਂਦੀ ਸੀ। ਤੇ ਅੱਤ ਦੀ ਸੀਤ ਲਹਿਰ ਵਿੱਚ ਪੋਹ ਦੇ ਮਹੀਨੇ 'ਚ ਉੱਥੇ ਕਿੰਨੀ ਠੰਡ ਹੋਏਗੀ, ਇਹ ਲਫ਼ਜ਼ਾਂ ਨਾਲ ਬਿਆਨ ਇਤਿਹਾਸਕਾਰ ਲਿਖਦੇ ਨੇ। ਜਦੋਂ 25 ਦੀ ਤੇ 26 ਦੀ ਰਾਤ ਸਾਹਿਬਜ਼ਾਦਿਆਂ ਨੂੰ ਉੱਥੇ ਰੱਖਿਆ ਗਿਆ, ਉਹਨਾਂ ਦੀਆਂ ਨੱਕ ਦੇ ਸਿਰੇ ਲਾਲ ਹੋ ਗਏ ਸੀ, ਬੁੱਲ ਨੀਲੇ ਹੋ ਗਏ ਸੀ।
ਆਪਾਂ ਨੂੰ ਮਾੜੀ ਜੀ ਠੰਡ ਲੱਗੇ ਤੇ ਆਪਾਂ ਦਬ ਦਬ ਰਜਾਈ 'ਚ ਹੱਥ ਪਾਉਂਦੇ ਆ, ਹੀਟਰ ਲਾਉਂਦੇ ਆ, ਕਈ ਕੁਝ ਕਰਦੇ ਆ। ਕੋਈ ਮੋਟਾ ਕੱਪੜਾ ਨਹੀਂ ਸੀ ਕੋਲ ਉਹਨਾਂ ਦੇ, ਉਹਨਾਂ ਨੂੰ ਲਾਜ ਦਿੱਤੇ ਗਏ, ਡੋਲੇ ਨੇ, ਥਿੜਕੇ ਨੇ, ਤਸੀਹੇ ਕਿਹੜੇ ਦਿੱਤੇ ਗਏ? ਤੂਤ ਦੀਆਂ ਸ਼ਮਕਾਂ ਲੈ ਕੇ ਉਹਨਾਂ ਸਾਹਿਬਜ਼ਾਦਿਆਂ ਦੇ ਸਰੀਰ ਉੱਤੇ ਮਾਰੀਆਂ ਗਈਆਂ। ਹੁਣ ਉਧਰੋਂ ਠੰਡ ਹੋਵੇ, ਤੁਸੀਂ ਖੇਤੀਬਾੜੀ ਕਰਨ ਵਾਲੇ ਜਿਹੜੇ ਵੀਰ ਬੈਠੇ ਨੂੰ ਪਤਾ, ਅੱਤ ਦੀ ਠੰਡ ਵਿੱਚ ਤਾਂ ਬਜ਼ੁਰਗ ਕਿਸੇ ਪਸ਼ੂ ਨੂੰ ਵੀ ਡੰਡਾ ਨਹੀਂ ਮਾਰਨ ਦਿੰਦੇ, ਕਹਿੰਦੇ ਨਾ ਮਾਰ, ਠੰਡ ਬੜੀ ਹੈ, ਨਾ ਮਾਰ, ਬਲਦ ਨੇ ਇਦਾਂ ਤੁਰ ਪੈਣਾ ਹੈ। ਕਿਸ ਮਿੱਟੀ ਦੇ ਬਣੇ ਹੋਣਗੇ ਲੋਕ ਜਿਨ੍ਹਾਂ ਤੂਤ ਦੀਆਂ ਸ਼ਮਕਾਂ ਨਾਲ ਸਾਹਿਬਜ਼ਾਦਿਆਂ ਨੂੰ, ਉਹਨਾਂ ਦੇ ਮਾਸ, ਹੁਣ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਦਾ ਮਾਸ ਕਿੰਨਾ ਕੁ ਹਾਰਡ ਹੋਏਗਾ। ਤਸੀਹਾ ਦਿੱਤਾ, ਮਾਸ ਉੱਠਿਆ, ਹੱਥ ਵਿੱਚ ਫੀਤੇ ਰੱਖ ਕੇ ਅੱਗ ਲਾਈ ਗਈ, ਤਸੀਹਾ ਦਿੱਤਾ, ਨਹੀਂ ਡੋਲੇ। ਪਿੱਪਲ ਨਾਲ ਬੰਨ ਕੇ ਗਲੇਲੇ ਮਾਰੇ ਗਏ, ਪੱਥਰ ਮਾਰੇ ਗਏ, ਸਾਹਿਬਜ਼ਾਦੇ ਤਾਂ ਵੀ ਨਹੀਂ ਘਬਰਾਏ, ਡੋਲੇ ਨਹੀਂ। ਪੁੱਛਿਆ ਗਿਆ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ? ਕਹਿੰਦੇ ਫਿਰ ਜਾਵਾਂਗੇ, ਫੌਜਾਂ ਇਕੱਠੀਆਂ ਕਰਾਂਗੇ, ਉਦੋਂ ਤੱਕ ਲੜਾਂਗੇ ਜਦੋਂ ਤੱਕ ਇਸ ਰਾਜ ਦੀਆਂ ਜੜ੍ਹਾਂ ਨਹੀਂ ਪੁੱਟੀਆਂ ਜਾਂਦੀਆਂ। ਜੰਗ ਤੇ ਅੱਜ ਵੀ ਉਹੀ ਸਹੁੰ ਖਾਧੀ ਹੈ ਇਹੋ ਜਿਹੀ। ਅਸੀਂ ਚਾਹੁੰਦੇ ਹਾਂ ਸਾਰੇ ਅਮਨ ਨਾਲ ਰਹਿਣ, ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ, ਅਸੀਂ ਕਹਿੰਦੇ ਸਾਰੇ ਅਮਨ ਨਾਲ ਰਹਿਣ। ਇੱਥੇ ਇਕੱਲੇ ਅੰਬਾਨੀ ਤੇ ਅੰਦਾਨੀ ਰੋਟੀ ਕਿਉਂ ਖਾਣ? ਇੱਥੇ ਇੱਕ ਟਾਇਰਾਂ ਨੂੰ ਪੈਂਚਰ ਲਾਉਣ ਵਾਲਾ ਵੀ ਆਪਣੇ ਬੱਚੇ ਨੂੰ ਚੰਗੇ ਸਕੂਲ 'ਚ ਪੜ੍ਹਾ ਸਕੇ। ਜੰਗ ਤੇ ਉਹੀ ਹੈ, ਜੰਗ ਕੋਈ ਵੱਖਰੀ ਤੇ ਨਹੀਂ ਹੈ, ਜੰਗ ਤੇ ਉਹੀ ਹੈ, ਇਹੋ ਹੀ ਹੈ ਨਾ ਵੀ ਜਿੱਥੇ ਬਾਹਰਲੀਆਂ ਕੰਟਰੀਆਂ ਨੂੰ ਸਾਡੇ ਬੱਚੇ 50-50 ਲੱਖ ਰੁਪਇਆ ਲਾ ਕੇ ਕਿਉਂ ਭਜਦੇ ਨੇ? ਕਿ ਉੱਥੇ ਇੱਕ ਜੇ ਮਿਨਿਸਟਰ ਦਾ ਬੱਚਾ ਉਸ ਸਕੂਲ 'ਚ ਪੜ੍ਹ ਰਿਹਾ ਤੇ ਇੱਕ ਸਕੂਲ 'ਚ ਟੈਕਸੀ ਚਲਾਉਣ ਵਾਲੇ ਦਾ ਬੱਚਾ ਵੀ ਉਸੇ ਸਕੂਲ 'ਚ ਪੜ੍ਹ ਰਿਹਾ। ਇਸੇ ਕਰਕੇ ਉਹ ਦੇਸ਼ ਚੰਗੇ ਲੱਗਦੇ ਨੇ। ਜਿਸ ਹਸਪੀਟਲ 'ਚ ਇੱਕ ਮਿਨਿਸਟਰ ਦੇ ਪਰਿਵਾਰ ਦਾ ਇਲਾਜ ਹੋ ਰਿਹਾ, ਇੱਕ ਸਧਾਰਨ ਪਰਿਵਾਰ ਦਾ ਵੀ ਉਸੇ ਹਸਪੀਟਲ 'ਚ ਇਲਾਜ ਹੋ ਰਿਹਾ, ਤਾਂ ਹੀ ਦੇਸ਼ ਚੰਗੇ ਲੱਗਦੇ ਨੇ। ਤੇ ਜੇ ਉਹ ਸੁਵਿਧਾਵਾਂ ਇੱਥੇ ਆਉਣ, ਕਿਹਦਾ ਜੀ ਕਰਦਾ ਜੀ ਆਪਣਾ ਪਰਿਵਾਰ ਛੱਡ ਕੇ ਵਿਦੇਸ਼ਾਂ ਜਾਣ ਨੂੰ? ਬੋਲ ਕੇ ਦੱਸਿਓ ਜੀ। ਜਦੋਂ ਪਲੇਨ ਉੱਡਦਾ ਹੈ ਨਾ, ਉਦੋਂ ਇੱਕ ਵਾਰੀ ਹੌਕਾ ਨਿਕਲਦਾ, ਜਿਹੜੀ ਮਾਂ, ਜਿਹੜੀ ਪਤਨੀ, ਜਿਹੜੇ ਬੱਚੇ ਮੈਂ ਛੱਡ ਕੇ ਜਾ ਰਿਹਾ, ਪਤਾ ਨਹੀਂ ਮਾਂ ਦਾ ਸੰਸਕਾਰ ਵੇਲੇ ਮੇਰੇ ਕੋਲ ਪਹੁੰਚਿਆ ਜਾਣਾ ਵੀ ਕਿ ਨਹੀਂ ਪਹੁੰਚਿਆ ਜਾਣਾ, ਸੌਖਾ ਨਹੀਂ। ਪਰ ਜੇ ਉਹ ਸੁਵਿਧਾਵਾਂ ਇੱਥੇ ਆਉਣ, ਜੰਗ ਤੇ ਉਹੀ ਹੈ ਨਾ। ਕਈਆਂ ਨੂੰ ਇਹ ਜੋ ਸਿਆਸਤ ਲੱਗਦੀ ਹੋਗੀ, ਸਿਆਸਤ ਦੀ ਜੰਗ ਤੇ ਇਹੋ ਹੀ ਹੈ ਨਾ ਵੀ ਕਾਸ਼ ਸਾਡੇ ਇੱਕ ਭੁਲੇਖਾ ਬੜਾ ਵੱਡਾ ਦੂਰ ਹੋਇਆ ਇਸ ਅੰਦੋਲਨ 'ਚ। ਕਿਹੜਾ? ਜਦੋਂ ਅਸੀਂ ਦਿੱਲੀ ਜਾਣ ਦਾ ਮੌਕਾ ਮਿਲਦਾ ਹੈ, ਉੱਥੋਂ ਨਿਕਲ ਕੇ ਵਿੱਚੋਂ ਅਸੀਂ ਪਰਾਂ ਜਾਂਦੇ ਹਾਂ, ਉੱਥੋਂ ਦੇ ਪਰਿਵਾਰ ਜਦੋਂ ਸਾਡੇ ਨਾਲ ਵਿਚਾਰਾਂ ਕਰਦੇ ਆ, ਉਹ ਕਹਿੰਦੇ ਅਸੀਂ ਬੜਾ ਵੱਡਾ ਭੁਲੇਖਾ। ਕਿਹੜਾ? ਅਸੀਂ ਸੋਚਦੇ ਸੀ ਜਿਹੜਾ ਪੰਜਾਬ ਦਾ ਕਿਸਾਨ ਹੈ ਉਹਦਾ ਰਹਿਣ ਸਹਿਣ ਕਿੱਦਾਂ ਦਾ ਹੋਏਗਾ। ਕਹਿੰਦੇ ਕਮਾਲ ਹੋ ਗਈ, ਉਹ ਇੰਗਲਿਸ਼ ਵੀ ਬੋਲਦਾ ਹੈ, ਉਹ ਮਾਈਕ ਸਾਹਮਣੇ ਬੈਠ ਕੇ ਇੰਟਰਵਿਊ ਵੀ ਦਿੰਦਾ ਹੈ, ਲੋਹ ਤੇ ਬੈਠ ਕੇ ਪ੍ਰਸ਼ਾਦੇ ਵੀ ਪਕਾਉਂਦਾ ਹੈ, ਹੱਥ ਵਿੱਚ ਬੌਕਰ ਫੇਰ ਕੇ ਟਰਾਲੀਆਂ ਲਾ ਕੇ ਝਾੜੂ ਵੀ ਫੇਰਦਾ ਹੈ। ਉੱਥੇ ਆਪਣੇ ਪੁੱਤਰਾਂ ਨੇ ਸਧਾਰਨ ਬੱਚਿਆਂ ਨੇ 30-30 40-40 ਮਿੰਟ ਦੀ ਇੰਟਰਵਿਊ ਦਿੱਤੀ ਹੈ। ਤੁਸੀਂ ਵੇਖਿਆ ਨਾ ਕਿ ਸਧਾਰਨ ਬੱਚਾ ਖੇਤਾਂ 'ਚ ਕੰਮ ਕਰਨ ਵਾਲਾ ਇੱਕ ਮਾਈਕ ਸਾਹਮਣੇ ਬੈਠ ਕੇ ਸਵਾਲਾਂ ਦੇ ਜਵਾਬ ਦੇ ਰਿਹਾ। ਉਹ ਕਹਿੰਦਾ ਬੜੇ ਵੱਡੇ ਲੀਡਰਾਂ ਨੂੰ ਤਾਂ ਰੱਟਾ ਮਾਰ ਕੇ ਆਉਣਾ ਪੈਂਦਾ, ਮੈਂ ਤਾਂ ਸਹਿ ਸਵਾਈ ਬੋਲ ਰਿਹਾ। ਇਹਦਾ ਮਤਲਬ ਹੁਨਰ ਹੈ ਨਾ, ਕਲਾ ਹੈ ਨਾ। ਇੱਕ ਹਿੰਦੂ ਪੱਤਰਕਾਰ ਦੀ ਇੰਟਰਵਿਊ ਸੀ, ਉਹਨੇ ਟਰੈਕਟਰ ਤੇ ਬੈਠ ਕੇ, ਤੁਸੀਂ ਸੁਣੀ ਹੋਣੀ ਹੈ, ਉਹਨੇ ਟਰੈਕਟਰ ਤੇ ਬੈਠ ਕੇ ਇੱਕ ਸਪੀਚ ਦਿੱਤੀ। ਕਹਿੰਦਾ ਮੈਂ 30 ਸਾਲ ਮੈਨੂੰ ਪੱਤਰਕਾਰੀ ਕਰਦਿਆਂ ਹੋ ਗਏ, 30 ਸਾਲਾਂ 'ਚ ਇੰਨੇ ਅੰਦੋਲਨ ਵੇਖੇ ਮੈਂ। ਉੱਥੇ ਬੱਸਾਂ ਨੂੰ ਅੱਗ ਲੱਗੀ ਵੇਖੀ, ਦੁਕਾਨਾਂ ਸੜੀਆਂ ਵੇਖੀਆਂ, ਲੋਕਾਂ ਦਾ ਨੁਕਸਾਨ ਹੁੰਦਾ ਵੇਖਿਆ, ਤਰਾ ਕਰਦੀ ਦੁਨੀਆ ਵੇਖੀ। ਕਹਿੰਦਾ ਮਹੀਨੇ ਦੇ ਕਰੀਬ ਇਸ ਅੰਦੋਲਨ ਨੂੰ ਹੋ ਗਿਆ, ਕਿਸੇ ਦੀ ਦੁਕਾਨ ਨਹੀਂ ਭੱਜੀ, ਕਿਸੇ ਦੀ ਗੱਡੀ ਨੂੰ ਅੱਗ ਨਹੀਂ ਲੱਗੀ। ਮੈਂ ਲੋਕਾਂ ਨੂੰ ਪੁੱਛ ਕੇ ਵੇਖਿਆ ਤੁਹਾਨੂੰ ਪਰੇਸ਼ਾਨੀ ਤੇ ਨਹੀਂ? ਕਹਿੰਦੇ ਪਰੇਸ਼ਾਨੀ ਜਦੋਂ ਦੇ ਇਹ ਆਏ ਨੇ 3 ਟਾਈਮ ਦਾ ਸਾਨੂੰ ਰੱਜ ਕੇ ਖਾਣਾ ਖਾਣ ਨੂੰ ਮਿਲ ਰਿਹਾ। ਜਿਹੜਾ ਨੈਸ਼ਨਲ ਮੀਡੀਆ, ਗੋਦੀ ਮੀਡੀਆ ਸਿੱਖਾਂ ਦਾ ਅਕਸ਼ ਵਿਗਾੜ ਕੇ ਪੇਸ਼ ਕਰ ਰਿਹਾ ਸੀ, ਇਹ ਉਗਰਵਾਦੀ ਨੇ, ਖਾਲਿਸਤਾਨੀ ਨੇ, ਤੇ ਉੱਥੋਂ ਦੇ ਪਰਿਵਾਰ ਆਂਦੇ ਜੇ ਸੱਚੀ ਖਾਲਿਸਤਾਨ ਇਦਾਂ ਦਾ ਹੁੰਦਾ ਫਿਰ ਤੇ ਅਸੀਂ ਵੀ ਇਸੇ ਦੇਸ਼ 'ਚ ਜਾਣਾ ਪਸੰਦ ਕਰਾਂਗੇ। ਜੇ ਆਪਣੇ ਹੱਕ ਦੀ ਗੱਲ ਕਰਨੀ ਖਾਲਿਸਤਾਨ ਹੈ ਤੇ ਰਾਜਸਥਾਨ ਦੇ ਕਿਸਾਨ ਨੇ ਆਖਿਆ ਫਿਰ ਮੈਂ ਵੀ ਖਾਲਿਸਤਾਨੀ ਆ, ਜੇ ਹੱਕ ਮੰਗਣਾ ਹੀ ਖਾਲਿਸਤਾਨ ਹੈ। ਯਾਨੀ ਕਿ ਗੋਦੀ ਮੀਡੀਆ ਦਾ, ਨੈਸ਼ਨਲ ਮੀਡੀਆ ਦਾ ਇਹ ਵੀ ਤੀਰ ਖਾਲੀ ਚਲਾ ਗਿਆ।
इस अंदोलन ने बड़ा कुछ सामने, मैं पहला बेनती की सी कि एक परिवार च आपां विआह करदे हां 150 बंदा इकट्ठा हुंदा, उत्थे भी सांढू दी सांढू नाल लड़ाई हो जाती है, मासड़ दी मामे नाल लड़ाई हो जाती है। अपने पंजाबियों के विआह इदां दे हुंदे ने, सांढू गुस्से हो गया, मैनू रोटी नहीं पुछी, ओहदे मगर मगर तुरे फिरदे, मैं चलिया विचों ही गुस्से हो के। कई आम विआहां शादियां चेंज ही हुंदा ना, कई रजाई तो गुस्से हो जाते, मैनू रजाई दित्ती नहीं, ओहदे मगर मगर चुकी फिरदे, इदां भी हुंदा ना। हुण जिन्हू दित्ती, जिन्हू रजाई फड़ाई नहीं, ओहदे बारे कहंदा कि इह शरीफ प्राहुणा, ओहड़ा बदमाश ओहनू आपे फड़ाए। हुण लड़ाइयां पै जांदियां अपने विआहां च। 1 महीने का करीब हो गया, उत्थे कोई लड़ाई नहीं। जे माड़ा मोटा नौजवान रात नूं इंटरटेनमेंट भी करदे ने, वो डैक ला के 10 मिनट, हुण इन्नी ठंड है, माड़ा मोटा भंगड़ा भी पा लेंदे उत्ते ला के। आ ते मरन वाली प्रथा गलत है जिहड़ी, मैं उस गल दे हक नहीं, मैं उधर ही वीडियो बना के पाई सी। साडी आत्म हत्या करनी, असीं ते आत्म हत्या रोकण लई ते अंदोलन कर रहे हां। असीं जे फिर मरना ही है ते फिर अंदोलन करन दा, उच्ची बोलो। सरकारां नूं तुहाडे इस मरना कोई फर्क नहीं पैना, उन्हां वास्ते तुसीं पेड़ बकरियां जे। असीं जीउणा चाहुंदे हां, असीं दसना चाहुंदे हां कि असीं सिर्फ मरन लई पैदा नहीं होए, असीं जीउणा चाहुंदे हां ते असीं दुनिया नूं भी दसांगे इदां जिंदगी बतीत कीती जांदी है। ਉਹ ਇਹੋ ਜਿਹੀ ਰੀਹ ਪੈ ਗਈ, ਇੱਕ ਵਕੀਲ ਨੇ ਆਤਮ ਹੱਤਿਆ ਕਰ ਲਈ, ਦੂਜਾ ਫਲਾਣਾ, ਹੱਦ ਹੋ ਗਈ। ਇਹ ਅੰਦੋਲਨ ਤੇ ਇੱਕ ਬੰਨੇ ਅਸੀਂ ਕਹਿ ਰਹੇ ਹਾਂ ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਗਏ, ਉੱਥੇ ਉੱਥੇ ਪਿੰਨੀਆਂ ਜਾ ਰਹੀਆਂ, ਉੱਥੇ ਬਦਾਮ ਜਾ ਰਿਹਾ, ਉੱਥੇ ਠੀਕ ਹੈ। ਦੂਜੇ ਬੰਨੇ ਮੇਰੇ ਕੋਲ ਇਹ ਦੁੱਖ ਨਹੀਂ ਵੇਖਿਆ ਜਾ ਰਿਹਾ, ਮਾਫ ਕਰਨਾ, ਇਹ ਇਸ ਅੰਦੋਲਨ ਨੂੰ ਲੀਹ ਤੋਂ ਲਾਉਣ ਦਾ ਇੱਕ ਸਟੰਟ ਹੈ, ਜਿਹਦੇ ਨਾਲ ਮੈਂ ਨਿੱਜੀ ਤੌਰ ਤੇ ਸਹਿਮਤ ਨਹੀਂ। क्यों मरना है जी? बिहार दा भैया एक निका जा झोला लैके आउंदा, विच एक सूट पाया हुंदा, वो स्टेशन ते आण के उतरदा लुधियाने। 2 दिन बाद, 3 दिन बाद, 4 दिन बाद काम कर करके एक रेहड़ी खरीददा है, उत्ते फ्रूट रखदा है, फ्रूट वेचदा फ्रूट दी दुकान पा लैंदा है, जूस बार खोल लेंदा है, ਉਹਦੇ ਬੱਚੇ ਕਨਵੈਂਟ ਸਕੂਲਾਂ 'ਚ ਪੜ੍ਹਦੇ ਨੇ, ਉਹ ਲੁਧਿਆਣੇ ਕਲੋਨੀ 'ਚ ਪਲਾਟ ਲੈ ਲੈਂਦਾ ਹੈ, ਉਹ ਆਪਣੇ ਬੱਚੇ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ, ਇੱਥੋਂ ਦਾ ਵੋਟਰ ਕਾਰਡ ਬਣ ਜਾਂਦਾ, ਉਹਦਾ ਵਸਨੀਕ ਬਣ ਜਾਂਦਾ ਹੈ। ਜਿਹਦੇ ਕੋਲ ਕੱਖ ਨਹੀਂ ਸੀ ਹੈਗਾ ਉਹ ਬੱਚਾ ਪੜ੍ਹਾ ਰਿਹਾ ਹੈ, ਜਿਹਦੇ ਕੋਲ ਜ਼ਮੀਨ ਹੈ ਉਹ ਕਹਿੰਦਾ ਮੈਂ ਤੇ, ਉੱਚੀ ਬੋਲੋ, ਲੱਗਦਾ ਨਹੀਂ ਅਸੀਂ ਗਲਤ ਟਰੈਕ ਤੇ, ਗਲਤ ਟਰੈਕ ਤੇ ਇਹ ਕੰਮ ਨਹੀਂ ਕਰਨਾ। ਅਸੀਂ ਕਿਉਂ ਮਰੀਏ? उदों ना आत्म हत्या की जदों मासूम बच्चों के टुकड़े करके मावां दे गलां च हार पै गए, मावां डोल बैठियां ने। अज जमीनां जायदादां पिछे असीं लड़ांगे, जदों तक साडे विच जान है असीं अपने हक्कां प्रति, उच्ची बोलो, लड़ांगे, दसांगे इदां जिंदगी जीई दी है। असीं अपने हक प्रति लड़ना है, सुचेत होना है। सरकारां नूं इन्हां गल्लां नाल कोई फर्क नहीं पैंदा। मैं दोबारा फिर बेनती करदा, सरकारां नूं इन्हां गल्लां नाल कोई फर्क नहीं पैना। फर्क पैना असीं अखां च अखां पा के गल्लां करिए। फर्क पैना जदों जथेबंदियां जाके उन्हां नाल बैठ के टेबल टाक गल्लां करदियां ने, उन्हां नूं कानून दे उत्ते उन्हां बहस करदियां ने। अगले कहणगे असीं तो सोचिआ सिर्फ इह ते हल वाउण वाले पट्ठे वड्ढण वाले ने, इह तां गोल टेबलां ते कानफ्रेंसां करन वाले भी हैगे ने। असीं गलत बन्ने तुर पए, इह गलत गल है। आत्म हत्या करना एक बहुत वड्डी प्राप्त, माफ करना, जीवना ही तो औखा है, मरना तो है ही बड़ा सौखा। मान लो मैं कर्जा देना किसी का, उदाहरण दे सुनियो ध्यान नाल। मान लो किसी बंदे ने कर्जा देना, उसदे सिर ते कर्जा, वो कहंदा मेरे सिर ते कर्जा, मैं मरना। बत्ती नूं हथ लाया, करंट पै गया, खत्म हो गया, कर्जा लै गया। उल्टा बच्चों ते बोझ पै गया, पत्नी ते बोझ पै गया, बेचारे जाणगे किते। जिउंदा हुंदा कहंदा भरावा मैनूं जीउण दिओ, मैं हौली हौली जिन्ना मेरे परिवार के खर्चे ने उस जिन्ना बचूगा मैं हौली हौली तुहाडा कर्जा उतार दूंगा, पर मेरे ते इन्ना बोझ ना पाओ कि मैं मरण वाला राह चुन लवां। कोई भी नहीं चाहुंदा कि साडे कारण कोई मरे। असीं किस राह पै गए? कोई सारे परिवार समेत ही आत्म हत्या कर रहे। पहला बच्चे नूं गोली मारदा, फिर धी नूं गोली मारदा, फिर पत्नी नूं मारदा, फिर अपने आप नूं मारदा। ये किधर जा रहा है समाज?
ये राह सही नहीं है। एक सब तो खतरनाक गल है अपने बच्चे ਜਿਹੜੇ ਅਸੀਂ ਉਹਨਾਂ ਦੇ परसेंट भी किन्ने परसेंट बच्चा नंबर लैके पास हो इस दौड़ च पै गया ना, ये भी एक गलत प्रथा पै गई है। कदी अपने बच्चों की इस पक्षों उन्होंने स्टडी चेक ना करो भी ये 98 92 95 नंबर लैके परसेंट लैके नंबर पास हो ना, जरूरी नहीं। जिन्होंने बच्चों के नंबर 98 होंगे ने वो ब्रेन करके सच्ची इंटैलीजेंट होंगे ने, कई बच्चों के नंबर बहुत घट होंगे ने पर ब्रेन उन्होंने बहुत काम करता होंगे, बहुत काम। पर असं प्रैशर कुकर बनाता बच्चों इदा, कई तो इनू स्टेटस बना लेंगे ने, जे तू ना इन्ने नंबर लैके मैं अपने दोस्तों मित्रों की मूँह खाऊंगा। सहनशीलता घट गई है। उत्थे लुधियाने एक बच्चे नूं टीचर ने सिर्फ इन्ना कहा सी, तू आ गिट्टियां तो उच्ची पैंट क्यों बधी है, तो इन्नी गल नहीं सी जर सकिया, कारण के रस्सा लैके अपना रूम बंद करके पखे नाल बन के ते उन्हें अपनी जीवन लीला मुका ली सी। की टीचर नूं इन्ना भी कहण दा हक नहीं। अज मां बाप अपने बच्चों तो उल्टा डरदे ने, माड़ा जा मां झिड़के मगर वेखदी फिरदी है, एक गलत राह ना चुन लवे। इस रस्ते तो नहीं पैना, असीं जीउणा है। असीं उस गुरु दे वारस हां, उन्हां साहिबजादियां दे वारस हां जिहड़े नीहां च खलो के भी सानूं कहंदे आ सिੱਖੀ की नींव हम हैं, सरों पे उठा चले गुरियाई का किस्सा जहां में बना चले। असीं उन्हां साहिबजादियां दे वारस हां जिन्हां नूं लगातार 2 दिन कचहरी च पेश कीता जांदा रहा। तीसरे दिन आखिरी दिन अज दा दिन 27 दसंबर 13 अज पता है साहिबजादियां नूं सजावां दित्तियां जाणियां ने। अज तीसरे दिन साहिबजादियां नूं पेश किया गया, फिर लालच फिर डरावे नीहां च चैन दी सजा सुनाई गई। 2 जलाद शासन बेग ते बाशन बेग, इन्हां दी कोई तरीक सी सरहंद। इन्हां पापियां ने कहा साडी सजा माफ की जाए, असीं ए नीहां च चैन वाला काम असीं कर दिंदे हां। शेर मोहम्मद खान मलेर कोटले दा नवाब, ओदे भरा नार खान नूं गुरु साहब जी ने चमकौर साहब दी गढ़ी मैदान जंग च खत्म कीता सी। वजीर खान कहन लगा बदला ले ला अपने भरा दा, आंदा ना मेरे भरा नूं मैदान जंग च लड़दियां शहीद होया सी, मैं गुरु ना मैदान जंग विच 2 हथ करांगा। इन्हां साहिबजादियां ते तशद्दद मैं नहीं करांगा, शरा इजाजत। हा दा नारा मारिया उन्हें, अज भी उहदा गुरुद्वारा हा दा नारा मलेरकोटले ते उसे मलेरकोटले चों रहण वाले मुसलमान भरा किसान ते मजदूर भरावां लई लंगर ला के दिल्ली बैठे। ते इधर सुचानंद खत्री आंदा उन्हें कहो नवाब ये सर्प बसूरे सप दे बच्चे ने, भावें छोटे भावें वड्डे, ये डंग जरूर मारनगे। शासल बेग ते बासल बेग ने नीहां च चैन वाला काम कीता। उथे अल्लाह यार खां जोगी लिखदा है दीवार के दबाव में हब्स दम हुआ। जो दीवार छाती तक आउण लगी, साह लैण विच साहिबजादियां नूं प्रॉब्लम आई। दीवार के दबाव में हब्स दम हुआ, दौरान खून रुकने लगा, सांस कम हुआ। फरमाए दोनों बाहजार सितम हुआ। आपस विच गल्लां करदे ये अपने ते किहो जिहा जुल्म हो रहा है, अपनी उम्र है दुनिया तो जाण दी। वड्डा साहिबजादा छोटे नूं कहंदा आपां होर जीवन जीव सकदे हां। कहंदा ओह किवें? कहंदा जे आपां इन्हां दी गल मान लईए ते इस्लाम नूं कबूल कर लईए ते आपां होर 100 साल उम्र भोग सकदे हां। ते छोटा बाबा फतेह सिंह जोरावर नूं पुछदा है जे अज आपां इस्लाम कबूल कर लईए 100 साल उम्र भोगांगे, मुड़ के मौत नहीं आउणी? कहंदा आउणी है। कहंदे फिर मेरी अज 7 साल है, जे आपां ईन मान लई 93 साल मैं सिर सुट के जिंदगी जीवांगा। तेरी 9 साल है, तू 91 साल सिर सुट के जिंदगी जीवांगा। फिर जो 100 साल बाद भी दुनिया तो जाना है, अज सिर उच्चा चुके संसार तो जावांगे। साडे पिछे तुरन वाले साडे भरा सारी जिंदगी सिर उच्चा चुक के जिंदगी जीउणगे। उथे शब्द लिखे अल्लाह यार खां जोगी ने, कहंदा सद दे अर्थ है 100 सद साल और जी के भी मरना जरूर था। 100 साल उम्र भोग के भी ते मरना ही है, पर सर कौम से बचाना जे गैरत से दूर था।
हम जान दे के औरों की जाने बचा चले, सिक्खी की नींव हम है। नींह जो घर बनाउंदा बंदा नींह पक्की करदा भी इत्थे 2 मंजिली 3 मंजिली मैं कोठी बनाउणी है, कहंदा सिक्खी दी नींह हम, सिक्खी की नींव हम है। सरों पे उठा चले गुरियाही का किस्सा जहां में बना चले, सिखों की सल्तनत का पौधा लगा चले, गद्दी ताजो तख्त बस अब कौम पाएगी, दुनिया में जालिमों का निशान तक मिटाएगी। ठोडी तक ईंटें चेंदी, मुंह तक आ गई, बीनी को टापते वो आंखों पे छा गई, लखते जिगर गुरु के वो दोनों छुपा गई। हर चांद सा जबी सो ग्रहण सा लगा, इंज लगा जिवें साहिबजादे चंद्रमा होण ते दीवार अगे ग्रहण दी तरह आ गई होवे। कहंदे जोगी जी इसके बाद हुई थोड़ी देर थी, बस्ती सरहंद शहर की ईंटों का ढेर थी। साहिबजादे जदों मुंह तक ठोडी तक ढाइयां बेहोश होए, जमीन ते डिगे। शाशर बेग ते बाशर बेग ने तेज छुरे लैके छातियां ते पैर रख के जिउंदियां साहिबजादियां नूं अजे साह लैंदे सी शहीद कर दिता गया। 13 पोह 27 दसंबर दा ओ दिन जिदन साहिबजादे शहादत दा जाम पींदे ने। प्यारिओ 28 तरीक नूं 14 पोह नूं माता गुजर कौर नूं इन्हां पापियां ने ठंडे बुर्ज तो धक्का दे के शहीद किया ते बाद च प्रचारिया पता की माता गुजर कौर जी सदमा ना सार सके ते आत्म हत्या कर ली। भले वो कायर मां नहीं सी जिन्हें अपने पति का सीस झोली पवाया, अपने हथी पोते तोरे, कदी भी आत्म हत्या नहीं कर सकती। माता गुजर कौर नूं भी इन्हां ने धक्का दे के शहीद किया सी। 14 को 28 तरीक यानी कि कल के दिन माता गुजर कौर जी अगले दिन शहादत दा जाम पी गए। बाबा बंदा सिंह बहादुर जो लफ्ज कह गए इसे ही सरहंद विच फिर बाबा बंदा सिंह बहादुर ने एक बार पंजाब सिख राज कायम करके विखाता ते सरहंद नूं इस देश की राजधानी बनाया। पहला गवर्नर सरदार बाज सिंह नूं लाया। इहदे राज विच मुसलमान भी हिंदू भी मंत्री बने। दस्सिया कि राज इंज नहीं इंज करीदा है। ते मोदी नूं भी दसना चाहुंदे मोदी राज सिखना ते साडे पुरखियां कोलों सिख जिन्हें कदी जमीनां दे मालिक बनाया सी। तू किहो जिहा राज कर रहे हैं कि जिथे हर किरती कोलों जमीनां खो के एक परिवार की कठपुतली बनिया पिया है। जंग अज भी ओह है, थोड़े जे तरीके जंग दे बदल चुके ने। अज सानू दिमाग कलम विचार की जरूरत है। पढ़ो समझो ज्ञान लाओ ताकि असीं बैठ के अगले नाल गल्लां कर सकीए। बाबा बंदा सिंह बहादुर को हजूर साहब तो आउंदियां इक्को ही नारा सी, आओ तुहानू सरहंद चमकौर साहब दी गड़ी आवाज़ां मारदी है। मुट्ठी पर सिख लैके आए, हजारां दी गिनती च बाबा बंदा सिंह बहादुर नाल फौज बन गई ते बंदा सिंह बहादुर ने सरहंद दी इट नाल इट खड़काई। मलबा 1926 तक इदा ही पिया रहा। जदों अंग्रेज आया पंजाब 1849 जदों अमृतसर तो लैके दिल्ली जिहड़ी हावड़े नूं अगे ट्रेन रेल पटड़ी जाती है, ये 1926 रेल पटड़ी विछाई है अंग्रेजां ने। उदों मलबा साइड से जिहड़ा सरहंद विचों दी ट्रेन लंघदी है ना, ये 1926 दे विच मलबा पासे करके ये रेल पटड़ी विछाई गई सी। उदों तक इस मलबे नूं किसी ने हथ भी नहीं सी लाया। ते जदों भी कोई जांदा सी वेख के आंदा सी ओह सरहंद है जिहदी एक एक इट गवाह है किदां साहिबजादे नूं शहीद किया गया। आओ अपने बच्चियां नूं, अपने पुत्रां नूं, अपणियां धीआं नूं इस इतिहास सुनाइए। उन्हां विच प्रगट उन्हां दे विच इह दृढ़ता आवे, भरोसा आवे ते असीं अपने बच्चियां नूं इस सच दी विचार नाल जोड़ीए। गौरवमई इतिहास है। अल्लाह यार रखा जोगी कहंदा जदों मैं इतिहास लिख रहा सी खुले आसमान च बैठा सी, कहंदा जिस पेपर ते लिख रहा सी पानी दीआं बूंदां डिग्गियां ते मैं आसमान वाल नूं वेखिआ ओह बदल भी है नहीं, ये पानी कित्थों आया? कहंदा बाद च पता लगा मेरियां अखां चों पानी सिम रहा है। मैं इतिहास लिख रहा हाँ किहदा? गुरु गोबिंद सिंह महाराज जी के परिवार का। उहदी अपनी जुबान तो लिखे एक हिंद में तीर्थ है यात्रा के लिए, जहां बाप ने बच्चे कटाए खुदा के लिए। वो भारत के लोगों इको ही तीर्थ स्थान महान है बहुत ने, पर आओ सिर झुकाओ आण के उत्थे जिथे बाप अपने बच्चों दी लाशां दे लागों दी गुजर गया। चौं विचों एक दा भी संस्कार अपने हत्थीं नहीं कीता महाराज ने। आनंद कारज घोड़ियां चढ़ाउणा
ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਸੰਸਕਾਰ ਤੱਕ ਵੀ ਆਪਣੇ ਹੱਥੀਂ ਨਹੀਂ ਕਰ ਸਕੇ। ਕਿੰਨਾ ਬਦਲੇ? ਸਾਰੇ ਕਹੋ ਸਾਡੇ ਬਦਲੇ। ਸਾਰੇ ਬੋਲੋ ਸਾਡੇ ਬਦਲੇ। ਤੇ ਸਾਡਾ ਕੀ ਫਰਜ਼ ਬਣਦਾ? ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਬਣਾਉਣ ਦੀ ਕੋਸ਼ਿਸ਼ ਕਰੀਏ। ਬਸ ਇੰਨਾ ਚੇਤਾ ਰੱਖਿਓ, ਉਹਨਾਂ ਨੇ ਆਪਣੇ ਬੱਚਿਆਂ ਦੇ ਆਨੰਦ ਕਾਰਜ ਨਹੀਂ ਕੀਤੇ। ਜਦੋਂ ਅਸੀਂ ਆਪਣੇ ਬੱਚੇ ਦਾ ਆਨੰਦ ਕਾਰਜ ਕਰੀਏ, ਇੰਨਾ ਕੁ ਵਧੀਆ ਕਰੀਏ ਕਿ ਗੁਰੂ ਗੋਬਿੰਦ ਸਿੰਘ ਕਹਿਣ ਜੋਗੇ ਹੋਣ। ਉਹ ਵੇਖੋ ਮਾਤਾ ਗੁਜਰ ਕੌਰ ਜੀ, ਤੁਹਾਡੇ ਪੋਤਰੇ ਦੀ ਬਰਾਤ ਜਾ ਰਹੀ ਹੈ। ਪਰ ਉਸੇ ਹੀ ਬਰਾਤ ਨੂੰ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਦੀ ਬਰਾਤ ਕਹਿਣਗੇ, ਜਿਸ ਬਰਾਤ ਵਿੱਚ ਕੋਈ ਨਸ਼ਾ ਨਹੀਂ ਹੋਏਗਾ, ਜਿਸ ਬਰਾਤ ਵਿੱਚ ਕੋਈ ਮੂੰਹ ਦਾਜ ਨਹੀਂ ਮੰਗੇਗਾ, ਜਿਸ ਬਰਾਤ ਵਿੱਚ ਦੋਨੋਂ ਰਿਸ਼ਤੇਦਾਰ ਇੱਕ ਦੂਜੇ ਦੀ ਇੱਜ਼ਤ ਦੇ ਭਾਈਵਾਲ ਹੋਣਗੇ। ਹੁਣ ਇਹ ਆਪਾਂ ਵੇਖ ਲਈਏ ਕਿ ਆਪਾਂ ਗੁਰੂ ਦੀਆਂ ਉਮੀਦਾਂ ਤੇ ਖਰੇ ਉਤਰਦੇ ਆਂ? ਉੱਚੀ ਬੋਲੋ ਕਿ ਨਹੀਂ ਉਤਰਦੇ। ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਸੀਂ ਬੜੀ ਇਕਾਗਰਤਾ ਨਾਲ, ਇੱਥੋਂ ਦੇ ਸਾਰੇ ਨੌਜਵਾਨ ਵੀਰ, ਇੱਥੋਂ ਦੀ ਪ੍ਰਬੰਧਕ ਕਮੇਟੀ, ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਜਿੱਥੇ ਬਾਣੀ ਦਾ ਕੀਰਤਨ ਸੁਣਿਆ, ਇਤਿਹਾਸ ਵਿਚਾਰਾਂ ਸੁਣੀਆਂ ਨੇ, ਆਓ ਰਲ ਮਿਲ ਕੇ ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਧੀਆਂ ਨੂੰ ਗੁਰਮਤਿ ਦੀ ਗੁੜਤੀ ਦੇਈਏ। ਗੁਰਮਤਿ ਨਾਲ ਸਾਡੇ ਬੱਚੇ ਤੁਰ ਸਕਣ। ਤੇ ਅਖੀਰ ਤੇ ਬੇਨਤੀ ਹੈ, ਜਿਹੜੇ ਅਜੇ ਇਸ ਅੰਦੋਲਨ 'ਚ ਨਹੀਂ ਗਏ, ਜ਼ਰੂਰ ਜਾਓ, ਵਾਰੀ ਬਣ ਲਓ। ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਅੰਦੋਲਨ 'ਚ ਆਪਣੇ ਵੱਲੋਂ ਹਾਜ਼ਰੀ ਲਵਾਈਏ। ਭਾਈ ਇਹ ਸਾਡਾ ਸਾਰਿਆਂ ਦਾ ਸਾਂਝਾ ਹੈ। ਵਿਦੇਸ਼ਾਂ 'ਚ ਬੈਠੇ ਪੁੱਤਰ ਉਹ ਤੜਫ ਰਹੇ ਨੇ ਕਿ ਅਸੀਂ ਸਰੀਰਕ ਤੌਰ ਤੇ ਇੱਥੇ ਆ, ਅਸੀਂ ਵੀ ਉੱਥੇ ਪਹੁੰਚੀ, ਆਪਾਂ ਤੇ ਇੱਥੇ ਆ। ਵਾਰੀ ਬੰਨੋ, ਭਾਵੇਂ ਇੱਕ ਦਿਨ 2 ਦਿਨ, ਜਦੋਂ ਵੀ ਤੁਹਾਡੇ ਕੋਲ ਸਮਾਂ ਲੱਗੇ, ਆਓ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਗੁਰੂ ਕਿਰਪਾ ਕਰੇ, ਬਾਣੀ ਪੜ੍ਹੀਏ, ਸਮਝੀਏ, ਵਿਚਾਰੀਏ। ਭੁੱਲਾਂ ਮੇਰੀਆਂ ਬਚਨ ਗੁਰੂ ਦੇ ਜਾਣ ਕੇ ਹਿਰਦੇ ਤੇ ਵਸਾਉਣ ਦਾ ਯਤਨ ਕਰਨਾ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ।